ਸ਼ਮਾਦਾਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਕੁਝ ਵਪਾਰਕ ਸੁਨੇਹੇ। ਅਮਰੀਕਾ ਵਿੱਚ ਸਿੱਖ ਅਸਾਈਲਮ ਕੇਸਾਂ ਦੇ ਮਾਹਰ ਸੀਨੀਅਰ ਅਟਾਰਨੀ ਜੋ ਲਗਾਤਾਰ 1987 ਤੋਂ ਹਜ਼ਾਰਾਂ ਸਿੱਖਾਂ ਨੂੰ ਰਾਜਸੀ ਸ਼ਰਨ ਦਵਾ ਚੁੱਕੇ ਨੇ, ਇਹਨਾਂ ਦੀ ਸਿੱਖ ਅਤੇ ਪੰਜਾਬੀ ਜਲਨ ਜਲ ਲਾ ਫਰਮ ਦੀ ਮਿਹਨਤ ਸਦਕਾ ਅਮਰੀਕੀ ਨਾਗਰਿਕ ਬਣ ਚੁੱਕੇ ਨੇ। ਜੇਕਰ ਤੁਸੀਂ ਅਸਾਈਲਮ ਕੇਸ ਲੜ ਰਹੇ ਹੋਰ ਵਕੀਲਾਂ ਦੇ ਲਾਰਿਆਂ ਤੋਂ ਤੰਗ ਪਰੇਸ਼ਾਨ ਹੋ ਤਾਂ ਜਲਨ ਜਲ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਨਾਲ 7186121188 'ਤੇ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਆਫਿਸ ਨੰਬਰ ਆ 2126192859। ਤੁਸੀਂ ਵਧੀਆ ਨਵਾਂ ਘਰ ਜਾਂ ਬਿਜ਼ਨਸ ਬਣਾਉਣਾ ਹੈ ਜਾਂ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 2069415454। ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸਿਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਲੋਕਪਾਲ ਸੋਰ ਹੋਰਾਂ ਨਾਲ ਤੁਸੀਂ 2535208886 'ਤੇ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਪਤਾ 24915 ਐਵੀਨਿਊ ਸਾਊਥ ਈਸਟ ਕੈਂਟ ਵਾਸ਼ਿੰਗਟਨ। ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ। TA ਮੰਡੇਰਾ ਦਾ ਰੀਫਰੈਸ਼ ਟਰੈਵਲ ਪਲਾਜ਼ਾ ਅਤੇ ਫਿਊਲ ਕਾਰਡ ਨਾ ਹੋਣ 'ਤੇ ਵੀ ਟਰੱਕਰਸ ਲਈ ਵੱਡੀ ਰਿਬੇਟ ਹੈ ਜੀ। ਇਸ ਤੋਂ ਇਲਾਵਾ ਦੇਸੀ ਘਿਓ 'ਚ ਬਣਿਆ ਪੰਜਾਬੀ ਖਾਣਾ ਪੰਜਾਬੀ ਢਾਬੇ 'ਤੇ ਖਾ ਸਕਦੇ ਹੋ। ਇੱਥੇ ਪੀਜ਼ਾ ਹੱਟ, KFC, ਫੈਟ ਬਰਗਰ ਅਤੇ ਹੋਰ ਫੂਡ ਆਊਟਲੈਟਸ ਵੀ ਨੇ। ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਵੀ ਆਨੰਦ ਮਾਣ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰਵੀ ਗਰੇਵਾਲ ਜਾਂ ਸਚਿਨ ਮਲਿਕ ਹੋਰਾਂ ਨੂੰ 5599034627 'ਤੇ। ਲੋਕੇਸ਼ਨ ਹੈ ਜੀ ਹਾਈਵੇ 99 ਐਗਜ਼ਿਟ 144 ਐਵੀਨਿਊ 7। ਸਿਆਟਲ 'ਚ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਓਨਰ ਆਪਰੇਟਰ ਦੇ ਡਰਾਈਵਰ ਦੀ ਲੋੜ ਹੈ। ਚੰਗਾ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦੇ ਰਹੀ ਹੈ। ਇੱਕ ਵਾਰ ਸੰਪਰਕ ਕਰੋ ਜਗਦੇਵ ਸੰਧੂ ਹੋਰਾਂ ਦੇ ਨਾਲ 2532666924 'ਤੇ। ਸਾਡੇ ਨਾਲ ਨੇ ਜੀ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਢਿੱਲੋਂ ਸਾਹਿਬ, ਜਦੋਂ ਦੀ ਵਿਜੀਲੈਂਸ ਵਾਲੀ ਲਿਸਟ ਆਈ ਆ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਵਾਲੀ, ਉਹ ਤਾਂ ਇੱਕ ਵੱਖਰੀ ਗੱਲ ਆ। ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੇ ਹੁਣ ਕੰਮ ਹੀ ਠੱਪ ਕਰਤਾ। ਕਿਵੇਂ ਦੇਖਦੇ ਹੋ ਇਹਨੂੰ? ਜਿਹੜਾ ਇਹ ਕੰਮ ਠੱਪ ਕੀਤਾ ਨਾ ਜੀ, ਇਹ ਉਹਨਾਂ ਦੀ ਜਥੇਬੰਦੀ ਦਾ ਕੋਈ ਫੈਸਲਾ ਨਹੀਂ ਜੀ। ਜਥੇਬੰਦਕ ਤੌਰ 'ਤੇ ਦਾ ਕੋਈ ਐਲਾਨ ਨਹੀਂ ਹੋਇਆ, ਲੇਕਿਨ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੇ ਆਪਣੇ ਪੱਧਰ 'ਤੇ ਜੀ ਕਿ ਮੈਨੂੰ ਜ਼ਰੂਰੀ ਕੰਮ ਹੈ, ਛੁੱਟੀ ਲੈ ਜੀ। ਇਹਨੂੰ ਅਸੀਂ ਕਹਾਂਗੇ ਅਨਅਧਿਕਾਰਤ। ਠੀਕ ਹੈ ਜੀ। ਅਨਅਧਿਕਾਰਤ ਜਿਹੜੀ ਹੈ ਸਮੂਹਿਕ ਛੁੱਟੀ। ਅਨਅਧਿਕਾਰਤ ਕਿਉਂਕਿ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਕਿ ਅਸੀਂ ਸਮੂਹਿਕ ਛੁੱਟੀ 'ਤੇ ਜਾ ਰਹੇ ਹਾਂ ਜੀ। ਹੜਤਾਲ ਦਾ ਐਲਾਨ ਨਹੀਂ ਕੀਤਾ ਜੀ ਕਿ ਅਸੀਂ ਹੜਤਾਲ ਕਰ ਰਹੇ ਹਾਂ। ਮੈਨੂੰ ਕੰਮ ਹੈ, ਕਹਿੰਦੇ ਇਸ ਆਧਾਰ 'ਤੇ ਕਰਤਾ। ਆਰਗੇਨਾਈਜੇਸ਼ਨ ਦੇ ਜਿਹੜੇ ਇਹਨਾਂ ਦੇ ਲੀਡਰ ਹੈ, ਇਹਨਾਂ ਦੇ ਪ੍ਰੈਜ਼ੀਡੈਂਟ ਹੈ, ਉਹ ਕਹਿੰਦੇ ਵੀ ਸਾਡਾ ਸੱਦਾ ਕੋਈ ਨਹੀਂ। ਮਤਲਬ ਇਹਦਾ ਕੀ? ਇਹਦਾ ਮਤਲਬ ਹੈ ਅਸਲ ਦੇ ਵਿੱਚ ਮੇਰਾ ਖਿਆਲ ਹੈ ਵੀ ਕਾਫੀ ਸਮਾਂ ਪਹਿਲਾਂ ਮੈਨੂੰ ਜਾਪਦੀ ਹੈ ਕਿ ਸ਼ਾਇਦ ਮੇਰਾ ਖਿਆਲ ਮਾਰਚ ਦੇ ਮਹੀਨੇ ਦੇ ਵਿੱਚ ਪੰਜਾਬ ਦੀ ਵਿਜੀਲੈਂਸ ਬਿਊਰੋ ਦੇ ਜਿਹੜੇ ਚੀਫ ਡਾਇਰੈਕਟਰ ਹੈ ਮਿਸਟਰ ਵਰਿੰਦਰ ਕੁਮਾਰ ਜੀ, ਉਹਨਾਂ ਨੇ ਜੋ ਇਨਫੋਰਮੇਸ਼ਨ ਉਹਨਾਂ ਦੇ ਫੀਲਡ ਸਟਾਫ ਤੋਂ ਮਿਲੀ ਸੀ ਜੀ, ਉਸ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਇੱਕ ਚਿੱਠੀ ਤਿਆਰ ਕੀਤੀ ਅਤੇ ਲਗਭਗ 4 ਦਰਜਨ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਉਹਦੇ ਚਿੱਠੀ ਦੇ ਵਿੱਚ ਨਾਂ ਪਾਏ ਵੇ ਜੀ। ਔਰ ਪੰਜਾਬ ਦੇ ਜਿੰਨੇ ਜ਼ਿਲ੍ਹੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਨਾਲ ਹੀ ਸੰਬੰਧਿਤ ਹੋਏਗੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਜੀ। ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਹ ਲੋਕ ਜਿਹੜੇ ਹੈਗੇ ਆ ਇਹ ਭ੍ਰਿਸ਼ਟਾਚਾਰ ਦੇ ਵਿੱਚ ਗਲਤਾਨ ਹੈ ਜੀ। ਅਤੇ ਭ੍ਰਿਸ਼ਟਾਚਾਰ ਦਾ ਮੋਡਸ ਆਪਰੈਂਡੀ ਬੜਾ ਸ਼ਾਨਦਾਰ ਹੈ। ਸਿੱਧੇ ਪੈਸੇ ਆਪ ਫੜਦੇ ਨਹੀਂ, ਜਾਂ ਤਾਂ ਇਹ ਆਪਦੇ ਸਟਾਫ ਮੈਂਬਰਾਂ ਰਾਹੀਂ ਲੈਂਦੇ ਆ, ਜਿਹੜਾ ਮਤਹਿਤ ਸਟਾਫ ਆ, ਸਬਾਰਡੀਨੇਟ ਸਟਾਫ ਜੀ, ਅਤੇ ਜਾਂ ਫਿਰ ਜਿਹੜੇ ਹੈਗੇ ਆ ਰਜਿਸਟਰੀ ਮੁਹੱਰਰ ਜਾਂ ਜਿਹਨਾਂ ਨੂੰ ਆਪਾਂ ਕਹਿ ਦਈਏ ਵਸੀਕਾ ਨਵੀਸ ਜੀ, ਰਜਿਸਟਰੀਆਂ ਲਿਖਣ ਵਾਲੇ ਲੋਕ, ਉਹਨਾਂ ਰਾਹੀਂ ਲੈ ਲੈਂਦੇ। ਇਹਦੇ 'ਚ ਦਲਵੀਰ ਜੀ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਤੁਸੀਂ ਰਜਿਸਟਰੀ ਆਪਦੀ ਮਰਜ਼ੀ ਨਾਲ ਕਿਸੇ ਤੋਂ ਲਿਖਵਾ ਕੇ ਲੈ ਕੇ ਜਾਓ ਜੀ, ਤਾਂ ਆਮ ਤੌਰ 'ਤੇ ਆਪਾਂ ਕਹਿ ਸਕਦੇ ਹਾਂ ਕਿ ਸਾਰਾ ਤਾਂ ਭਾਵੇਂ ਨਹੀਂ, ਲੇਕਿਨ ਕੁਛ ਕੁ ਬੰਦਿਆਂ ਨੂੰ ਛੱਡ ਕੇ ਬਹੁਤੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਤੁਹਾਡੀ ਰਜਿਸਟਰੀ ਨੂੰ ਦੇਖਦਿਆਂ ਸਾਰ ਹੀ
ਜਾਂ ਉਹਨਾਂ ਦਾ ਅਮਲਾ ਦੇਖਦੇ ਸਾਰੀ ਵਾਪਸ ਕਰ ਦੇਣਗੇ, ਭਾਈ ਅਸ਼ਟਾਮ ਘੱਟ ਹੈ, ਜੀ ਅਸ਼ਟਾਮ ਪੂਰਾ ਲਾ। ਜੀ ਇੱਥੇ ਮੈਂ ਕਹੂੰਗਾ ਕਿ ਬੇਈਮਾਨੀ ਸਾਡੀ ਵੀ ਹੁੰਦੀ ਹੈ, ਜੀ ਕਿਉਂਕਿ ਕੁਲੈਕਟਰ ਰੇਟ ਜਿਹੜੇ ਹੈਗੇ ਆ ਸਾਰੇ ਜ਼ਿਲ੍ਹੇ ਵਾਸਤੇ ਡਿਪਟੀ ਕਮਿਸ਼ਨਰ ਨੇ ਤੈਅ ਕੀਤੇ ਹੁੰਦੇ ਹੈ। ਜੀ ਡਿਪਟੀ ਕਮਿਸ਼ਨਰ ਦੀਆਂ 3 ਮਤਲਬ ਜਿਹੜੇ ਰੂਪ ਹੁੰਦੇ ਹੈ। ਇੱਕ ਉਹ ਡਿਪਟੀ ਕਮਿਸ਼ਨਰ ਜਿੱਥੇ ਉਹਨੇ ਜਨਰਲ ਪ੍ਰਸ਼ਾਸਨ ਨੂੰ ਚਲਾਉਣਾ ਹੁੰਦਾ ਹੈ। ਜੀ ਦੂਜਾ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਜਿੱਥੇ ਉਹਨੇ ਲਾ ਐਂਡ ਆਰਡਰ ਨਾਲ ਸੰਬੰਧਿਤ ਫੈਸਲੇ ਲੈਣੇ ਹੁੰਦੇ ਹੈ। ਜੀ ਹੁਣ ਤਾਂ ਸ਼ਾਇਦ ਇਹ ਚੱਲਣ ਨਹੀਂ ਰਿਹਾ ਪੰਜਾਬ 'ਚ, ਜਦੋਂ ਦਾ ਖਾੜਕੂ ਬਾਦਲ ਵਾਲਾ ਦੌਰ ਆਇਆ ਸੀ। ਜੀ ਪਹਿਲਾਂ ਸਥਿਤੀ ਇਹ ਹੁੰਦੀ ਸੀ ਕਿ ਜ਼ਿਲ੍ਹੇ ਦਾ ਐਸਐਸਪੀ ਜੇ ਉਹਨੇ ਥਾਣੇ ਦੇ ਵਿੱਚ ਥਾਣੇਦਾਰ ਲਾਉਣੇ ਆ, ਟਰਾਂਸਫਰਾਂ ਕਰਨੀਆਂ, ਜੀ ਖਾਸ ਕਰਕੇ ਐਸਐਚਓ ਪੱਧਰ ਦੇ, ਤਾਂ ਉਹ ਆਪਣੀ ਪ੍ਰਪੋਜ਼ਲ ਬਣਾ ਕੇ ਡਿਪਟੀ ਕਮਿਸ਼ਨਰ ਦੇ ਕੋਲੇ ਭੇਜਦਾ ਹੁੰਦਾ ਸੀ। ਜੀ ਡਿਪਟੀ ਕਮਿਸ਼ਨਰ ਜੇ ਉਹਨੂੰ ਪ੍ਰਵਾਨਗੀ ਦਿੰਦਾ ਤਾਂ ਐਸਐਚਓ ਫੇਰ ਲੱਗਦਾ ਸੀ। ਜੀ ਬਦਲੀ ਕਰਨ ਵੇਲੇ ਵੀ ਡਿਪਟੀ ਕਮਿਸ਼ਨਰ ਦੀ ਪ੍ਰਵਾਨਗੀ ਲੈਣੀ ਪੈਂਦੀ ਸੀ ਤਾਂ ਕਿ ਜਿਹੜੀ ਹੈ ਕੋਈ ਮਾੜਾ ਬੰਦਾ ਨਾ ਲੱਗ ਜੇ, ਜੀ ਇੱਕ ਬੰਦੇ ਦੇ ਕੋਲੇ ਪਾਵਰਾਂ ਨਾ ਰਹਿਣ। ਇੰਨੀਆਂ ਪਾਵਰਾਂ ਡਿਪਟੀ ਕਮਿਸ਼ਨਰ ਦੇ ਕੋਲੇ ਹੁੰਦੀਆਂ ਜਦੋਂ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਤੌਰ ਤੇ ਕੰਮ ਕਰਦਾ ਹੈ। ਜੀ ਅਗਲੀ ਗੱਲ, ਖੁਦਾ ਨਾ ਖਾਸਤਾ ਇੱਥੇ ਲਾ ਐਂਡ ਆਰਡਰ ਦੀ ਪ੍ਰੋਬਲਮ ਹੋ ਜੇ, ਪੁਲਿਸ ਉਹ ਸਥਿਤੀ ਕੰਟਰੋਲ ਨਾ ਹੁੰਦੀ ਹੋਵੇ, ਜੀ ਜਾਂ ਪੁਲਿਸ ਸਥਿਤੀ ਕੰਟਰੋਲ ਕਰਨ ਤੋਂ ਇਨਕਾਰ ਕਰ ਦੇਵੇ, ਪੁਲਿਸ ਬਾਗੀ ਹੋ ਜੇ, ਜੀ ਉਹਨਾਂ ਹਾਲਤਾਂ ਦੇ ਵਿੱਚ ਫਿਰ ਕੀ ਹੁੰਦਾ, ਆਰਮੀ ਕਾਲ ਕਰਨੀ ਪੈਂਦੀ ਹੈ, ਜੀ ਆਰਮੀ ਬੁਲਾਉਣੀ ਪੈਂਦੀ ਹੈ। ਜੀ ਤੇ ਆਰਮੀ ਡਿਸਟ੍ਰਿਕਟ ਮੈਜਿਸਟ੍ਰੇਟ ਹੀ ਕਾਲ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਜੀ ਆਪਾਂ ਆਪਰੇਸ਼ਨ ਬਲੂ ਸਟਾਰ ਦੀ ਗੱਲ ਕਰਦੇ ਹਾਂ ਜਿਹੜਾ ਜੂਨ 1984 ਦੇ ਵਿੱਚ ਹੋਇਆ ਸੀ। ਜੀ ਜੂਨ 1984 ਵਾਲੇ ਆਪਰੇਸ਼ਨ ਬਲੂ ਸਟਾਰ ਬਾਰੇ ਫੈਸਲਾ ਭਾਵੇਂ ਪੋਲੀਟੀਕਲ ਤੌਰ ਤੇ ਦਿੱਲੀ ਹੋ ਗਿਆ ਸੀ, ਦੇਸ਼ ਦੀ ਪ੍ਰਾਈਮ ਮਿਨਿਸਟਰ ਨੇ ਤੇ ਉਹਨਾਂ ਦੇ ਜਿਹੜੇ ਅਹਿਲਕਾਰ ਆ ਉਹਨਾਂ ਨੇ ਲੈ ਲਿਆ ਸੀ। ਜੀ ਉਹ ਪੋਲੀਟੀਕਲ ਫੈਸਲਾ ਸੀ, ਲੇਕਿਨ ਪ੍ਰਸ਼ਾਸਨਿਕ ਪੱਧਰ ਤੇ ਜਦੋਂ ਉਹਨੂੰ ਲਾਗੂ ਕਰਨਾ ਪਿਆ ਸੀ, ਜੀ ਲਾਗੂ ਕਰਨ ਵਾਸਤੇ ਜਿਹੜੀ ਆਰਮੀ ਕਾਲ ਕੀਤੀ ਸੀ ਉਹ ਡਿਪਟੀ ਕਮਿਸ਼ਨਰ ਨੇ ਕੀਤੀ ਸੀ। ਜੀ ਬਹੁਤ ਸਾਰੇ ਲੋਕ ਹੁਣ ਕਈ ਵਰਗੇ ਗੱਲਾਂ ਕਹਿ ਦਿੰਦੇ ਆ ਕਿ ਉਸ ਵੇਲੇ ਜਿਹੜੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਸਿੱਧੂ ਉੱਥੇ ਲੱਗੇ ਹੁੰਦੇ ਸੀ, ਜੀ ਉਹਨਾਂ ਨੇ ਇਨਕਾਰ ਕਰਤਾ ਸੀਗਾ ਤੇ ਉਹ ਛੁੱਟੀ ਚਲੇ ਗਏ ਸੀ ਰੂਸ ਦੇ ਵਿੱਚ। ਜੀ ਤੇ ਉਹ ਤੋਂ ਬਾਅਦ ਫਿਰ ਨਵਾਂ ਡਿਪਟੀ ਕਮਿਸ਼ਨਰ ਲਾਇਆ ਤੇ ਰਮੇਸ਼ਿੰਦਰ ਸਿੰਘ ਲਾਇਆ ਸੀ ਨਵਾਂ, ਜੀ ਜਿਹੜੇ ਬਾਅਦ ਚੀਫ ਸੈਕਟਰੀ ਬਣ ਗਏ ਸੀ, ਚੀਫ ਉਹ ਇੰਫੋਰਮੇਸ਼ਨ ਕਮਿਸ਼ਨਰ ਵੀ ਰਹੇ ਹੈ। ਜੀ ਕਹਿੰਦੇ ਜੀ ਉਹਨਾਂ ਨੂੰ ਲਾਤਾ ਸੀ ਤੇ ਉਹਨਾਂ ਨੇ ਫਿਰ ਮਤਲਬ ਜਿਹੜੀ ਹੈਗੀ ਆਰਮੀ ਬੁਲਾਈ ਸੀ। ਲੇਕਿਨ ਰਮੇਸ਼ਿੰਦਰ ਸਿੰਘ ਹੋਰਾਂ ਨੇ ਇੰਟਰਵਿਊਜ਼ ਦੇ ਵਿੱਚ ਵੀ, ਆਪਣੀ ਕਿਤਾਬ ਦੇ ਵਿੱਚ ਵੀ ਇਹ ਗੱਲ ਸਪਸ਼ਟ ਕੀਤੀ ਹੈ ਕਿ ਸਰਦਾਰ ਗੁਰਦੇਵ ਸਿੰਘ ਸਿੱਧੂ ਹੁਣੀ ਤਾਂ ਪਹਿਲਾਂ ਹੀ ਛੁੱਟੀ ਉਹ ਪ੍ਰਵਾਨ ਕਰੀ ਬੈਠੇ ਸੀ, ਉਹਨਾਂ ਨੇ ਜਾਣਾ ਸੀ, ਜੀ ਉਹਨਾਂ ਦੀ ਜਗ੍ਹਾ ਤੇ ਮੈਨੂੰ ਲਾਇਆ ਗਿਆ ਸੀ। ਸੋ ਜਿਹੜਾ ਫਿਰ ਪ੍ਰੋਸੈਸ ਹੁੰਦਾ ਉਹ ਪ੍ਰੋਸੈਸ ਅਡਾਪਟ ਕੀਤਾ ਗਿਆ। ਮਤਲਬ ਇੱਕ ਪਾਵਰ ਇਹ ਹੁੰਦੀ ਹੈ ਡਿਪਟੀ ਕਮਿਸ਼ਨਰ ਦੀ, ਜੀ ਜਦੋਂ ਆਪਾਂ ਨੂੰ ਡਿਸਟ੍ਰਿਕਟ, ਇੱਕ ਹੁੰਦੀ ਹੈ ਉਹਨਾਂ ਦੇ ਕੋਲੇ ਕੁਲੈਕਟਰ ਦੀ ਪਾਵਰ। ਜੀ ਕੁਲੈਕਟਰ ਦੇ ਰੂਪ ਦੇ ਵਿੱਚ ਉਹ ਲਾ ਐਂਡ ਆਰਡਰ ਨੂੰ ਛੱਡ ਦਿਓ, ਉਹ ਰੈਵਨਿਊ ਨਾਲ ਸੰਬੰਧਿਤ ਕੰਮ ਦੇਖਦੇ ਹੈ। ਜੀ ਠੀਕ ਹੈ, ਉਹ ਫਿਰ ਦੇਖਦੇ ਆ ਕਿ ਸਰਕਾਰ ਨੂੰ ਪੈਸਾ ਚਾਹੀਦਾ, ਪੈਸੇ ਵਾਸਤੇ ਜਿਹੜੀਆਂ ਜ਼ਮੀਨਾਂ ਦੀ ਖਰੀਦੋ ਫਰੋਖਤ ਆਪਾਂ ਕਰਦੇ ਹਾਂ ਉਹ ਤੇ ਸਟਾਮ ਲੱਗਦਾ, ਜਿਹਨੂੰ ਆਪਾਂ ਸਟੈਂਪ ਡਿਊਟੀ ਕਹਿੰਦੇ। ਜੀ ਕਿਸ ਇਲਾਕੇ ਦੇ ਵਿੱਚ ਰੇਟ ਕੀ ਹੈ ਇਹ ਅਸੈਸ ਕਰਵਾ ਕੇ ਆਪਦੇ ਮਹਿਕਮੇ ਤੋਂ ਫਿਰ ਉਹ ਇੱਕ ਜਿਹੜਾ ਹੈਗਾ ਕੁਲੈਕਟਰ ਰੇਟ ਦੀ ਲਿਸਟ ਜਾਰੀ ਕਰਦਾ ਕਿ ਫਲਾਣੇ ਪਿੰਡ ਦਾ ਕੁਲੈਕਟਰ ਰੇਟ ਆਏ, ਫਲਾਣੇ ਮਹੱਲੇ ਦਾ ਕੁਲੈਕਟਰ ਰੇਟ ਆਏ, ਫਲਾਣੇ ਮਹੱਲੇ ਦਾ ਇਹ ਇਲਾਕੇ ਦਾ ਆਏ। ਜੀ ਤਾਂ ਉਹ ਫਿਰ ਜਦੋਂ ਆਪਾਂ ਰਜਿਸਟਰੀ ਕਰਵਾਉਣੇ ਆ ਤੇ ਕੁਲੈਕਟਰ ਰੇਟ ਦੇ ਮੁਤਾਬਕ ਹੀ ਸਾਨੂੰ ਸਟੈਂਪ ਡਿਊਟੀ ਉੱਤੇ ਲਾਉਣੀ ਪੈਂਦੀ ਹੈ। ਜੀ ਪਰ ਇੱਥੇ ਹੁੰਦਾ ਕੀ ਹੈ, ਇੱਥੇ ਹੁੰਦਾ ਇਹ ਹੈ ਕਿ ਜਦੋਂ ਅਰਜੀ ਨਵੀਸ ਕਹਿ ਦਿੰਦਾ ਹੈ ਕਿ ਭਾਈ ਬੋਲ ਕੋਈ ਬਚਤ ਕਰਾਉਣੀ ਹੈ, ਜੀ ਤੁਸੀਂ 10,000 ਦਾ ਤੁਹਾਡਾ ਨੁਕਸਾਨ ਹੁੰਦਾ ਹੈ, ਤੁਸੀਂ ਕਹਿੰਦੇ ਜੀ ਨਹੀਂ ਮੈਂ ਬਚਤ ਤਾਂ ਕਰਾਉਣੀ ਚਾਹੁੰਦਾ, ਕਿੰਨਾ ਕੁ, ਕਹਿੰਦਾ ਵੀ 10,000 ਦਾ ਨੁਕਸਾਨ ਹੋਊ, 10,000 ਦਾ ਸਟਾਂਪ ਵੱਧ ਲੱਗੂ ਜਾਂ 50,000 ਦਾ ਵੱਧ ਲੱਗੂ। ਤੇ ਫਿਰ ਕਹਿੰਦਾ ਕੀ ਕਰੀਏ ਜੀ, ਕਹਿੰਦਾ ਵੀ ਅੱਧੋ ਅੱਧ, ਜੀ ਅੱਧੇ ਦਾ ਫਾਇਦਾ ਤੈਨੂੰ ਹੋ ਜੀ, ਅੱਧਾ ਤਹਿਸੀਲਦਾਰ ਸਾਹਿਬ ਕੋਲੇ, ਜੀ ਤੇ ਹਰੇਕ ਬੰਦੇ ਕਹਿੰਦਾ ਜੀ ਛੇਤੀ ਕਰੋ, ਜੀ ਉਹ ਉਧਰ ਨੂੰ ਤੋੜ ਦਿੰਦੀ ਹੈ। ਤਾਂ ਉਹਦੇ ਤੇ ਫਿਰ ਜਦੋਂ ਉਹ ਜਿਹੜਾ ਅਰਜੀ ਨਵੀਸ ਹੈ, ਜੇ ਤਾਂ ਸਿੱਧੀ ਤੁਸੀਂ ਲੈ ਕੇ ਆਪਦੀ ਚਲੇ ਗਏ ਤਾਂ ਤੁਹਾਡੀ ਨੂੰ ਇੰਟਰਟੇਨ ਹੀ ਨਹੀਂ ਕਰਦੀ। ਅਰਜੀ ਨਵੀਸ ਫਿਰ ਉਹਦੇ ਤੇ ਇੱਕ ਕੋਡ ਪਾ ਦਿੰਦਾ ਹੈ, ਇੱਕ ਨਿਸ਼ਾਨੀ ਲਾ ਦਿੰਦਾ ਹੈ। ਇਹ ਅਰਜੀ ਨਵੀਸ ਸਾਨੂੰ ਪਤਾ ਹੁੰਦਾ ਤੇ ਜਾਂ ਉਹਨੂੰ ਡੀਸੀ ਨੂੰ, ਉਹਨੂੰ ਤਹਿਸੀਲਦਾਰ ਨੂੰ ਪਤਾ ਹੁੰਦਾ ਕਿ ਆਹ ਬੰਦੇ ਦਾ ਕੋਡ ਕੀ ਹੈ। ਜਿਹੜੀ ਉਹ ਨਿਸ਼ਾਨੀ ਲੱਗ ਗਈ ਤੇ ਉਹ ਅਮਲੇ ਨੂੰ ਪਤਾ ਲੱਗ ਜਾਂਦਾ ਵੀ ਪੈਸੇ ਇਹ ਆ ਗਏ ਹੈ, ਕੋਈ ਗੱਲ ਨਹੀਂ ਲੈ ਲਾਂਗੇ, ਇੰਤਕਾਲ ਉਹਦੀ ਰਜਿਸਟਰੀ ਕਰ ਦਿੰਦੇ ਹੈ। 2 ਦਿਨਾਂ 'ਚ 3 ਦਿਨਾਂ 'ਚ ਜਾਂ ਸ਼ਾਮ ਨੂੰ ਫਿਰ ਉਹ ਆਪਦਾ ਝੋਲਾ ਭਰ ਕੇ ਤੇ ਤਹਿਸੀਲਦਾਰ ਸਾਹਿਬ ਨੂੰ ਫੜਾ ਦਿੰਦਾ ਵੀ ਆ ਲਓ ਜੀ ਤਹਿਸੀਲਦਾਰ ਸਾਹਿਬ। ਜੀ ਇਹਦੇ 'ਚ ਪੱਖ ਇੱਕ ਤਾਂ ਇਹ ਆ ਗਿਆ, ਇਹ ਅਸੀਂ ਮਤਲਬ ਦੋਨੇ ਕਿਸਮ ਦੀ ਗੱਲ ਵੀ ਅਸੀਂ ਵੀ ਇਹ 'ਚ ਬੇਈਮਾਨ ਹੈ। ਜੀ ਫਿਰ ਉਹ ਤੋਂ ਅੱਗੇ ਜੀ ਆਮ ਤੌਰ ਦੇ ਉੱਤੇ ਡਿਪਟੀ ਕਮਿਸ਼ਨਰਾਂ ਦੇ ਘਰਾਂ ਦਾ ਖਰਚ ਹੈ ਜਿਹੜਾ, ਜੀ ਉਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਤਹਿਸੀਲਦਾਰਾਂ ਤੇ ਸ਼ਹਿਰ ਦੇ ਪਟਵਾਰੀਆਂ ਤੇ ਹੁੰਦੀ ਹੈ। ਜੀ ਮੈਂ ਵੀ ਰੱਖੀ ਹੁੰਦੀ ਹੈ ਡਿਪਟੀ ਕਮਿਸ਼ਨਰ ਦੇ ਘਰੇ, ਉਹਦਾ ਦਾਣਾ ਪਾਣੀ ਸਾਰੇ ਦਾ ਸਾਰਾ, ਬਠਿੰਡੇ ਦੀ ਗੱਲ ਕਰਦਾ ਮੈਂ, ਜੀ ਬੜੇ ਲੰਬੇ ਸਮੇਂ ਤੋਂ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਇੱਥੇ ਡੀਸੀ ਹੁੰਦੇ ਸੀ, ਚੀਫ ਸੈਕਟਰੀ ਵਗੈਰਾ ਰਿਟਾਇਰ ਵੀ ਹੋ ਗਏ,
ਜੀ ਮੱਝ ਉਦੋਂ ਵੀ ਹੁੰਦੀ ਸੀ। ਹੁਣ ਵਾਲੇ ਡੀਸੀ ਸਾਹਿਬ ਦਾ ਨਹੀਂ ਮੈਨੂੰ ਪਤਾ ਵੀ ਇਹਨਾਂ ਨੇ ਰੱਖੀ ਹੈ ਕਿ ਨਹੀਂ ਰੱਖੀ, ਜੀ ਕਿਉਂਕਿ ਇਹ ਜਿਸ ਭਾਈਚਾਰੇ 'ਚੋਂ ਆਉਂਦੇ ਹੈ ਉਹ ਭਾਈਚਾਰਾ ਵੀ ਇਸ ਕਿਸਮ ਦਾ ਕਿ ਹਰਾਮ ਦਾ ਮਾਲ ਨਹੀਂ ਖਾਣਾ। ਜੀ ਮੋਰ ਓਵਰ ਜੇ ਆਪਾਂ ਦੇਖੀਏ ਤਾਂ ਕੁੱਲ ਮਿਲਾ ਕੇ ਇਹ ਹੈ ਵੀ ਥੋੜ੍ਹੇ ਇਮਾਨਦਾਰ ਜੀ ਆਪ ਵੀ ਹੈਗੇ ਹੈ, ਡਰਦੇ ਹੈ ਜੀ ਕਿ ਮੈਥੋਂ ਕੋਈ ਮਾੜਾ ਕੰਮ ਨਾ ਹੋ ਜੇ, ਮੈਥੋਂ ਕੋਈ ਨਹੀਂ ਹੋ ਜੇ। ਜੀ ਮੈਂ ਕੋਈ ਇਹਦੇ 'ਚ ਇਹ ਨਹੀਂ ਗੱਲ ਕਰਦੇ ਕਿ ਆਪਾਂ ਉਹਨਾਂ ਦੀ ਜ਼ਿਆਦਾ ਤਾਰੀਫ ਕਰਦੇ ਹਾਂ, ਜੀ ਪਤਾ ਲੱਗ ਜਾਂਦਾ ਕਿ ਕਿਹੜਾ ਬੰਦਾ ਕੀ ਹੈ। ਬਹੁਤ ਸਾਰੇ ਅਫਸਰ ਹੈਗੇ ਨਾਲ ਦੇ ਉਹਨਾਂ ਦੇ, ਉਹ ਜੀ। ਫੱਟੇ ਚੱਕੀ ਜਾਂਦੇ, ਪਰ ਜੀ। ਡੀਸੀ ਦੇ ਉੱਤੇ ਇਹ ਇਲਜ਼ਾਮ ਨਹੀਂ ਲੱਗਦਾ। ਜੀ। ਪਰ ਕੁੱਲ ਮਿਲਾ ਕੇ ਜਿਹੜੀ ਦੇਖੀਏ, ਇੱਕ ਤਾਂ ਉਹ ਉਹਨਾਂ ਦੇ ਘਰਾਂ ਦੇ ਖਰਚੇ, ਕਈ ਵਾਰੀ ਤਾਂ ਇਹ ਹੁੰਦਾ ਕਿ ਉਹਨਾਂ ਦੇ ਬੱਚਿਆਂ ਦੇ ਜਿਹੜੇ ਹੁੰਦੇ ਆ ਨਾ, ਕੀ ਕਹਾਂਗੇ ਉਹਨਾਂ ਨੂੰ ਆਪਾਂ, ਪੋਤੜੇ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ, ਉਹ ਵੀ ਜਿਹੜੀ ਹੈਗੀ ਹੈ ਮਾਲ ਡਾਈਪਰ, ਉਹ ਵੀ ਮਾਲ ਮਹਿਕਮੇ ਦੇ ਜਿਹੜੇ ਹੈਗੇ ਹੈ ਅਧਿਕਾਰੀਆਂ ਦੇ ਉੱਤੇ ਹੁੰਦੇ ਹੈ। ਜੀ ਕਿਸੇ ਜ਼ਮਾਨੇ ਦੇ ਵਿੱਚ ਹੁੰਦਾ ਸੀ ਰੈੱਡ ਕਰਾਸ, ਜੀ ਰੈੱਡ ਕਰਾਸ ਕਹੀਂ ਦੀ ਚੱਲ ਜਾਂਦਾ ਸੀ ਕੰਮ, ਉਹ ਵੀ ਚੱਲਦਾ ਸੀ। ਫਿਰ ਜੋ ਰੈੱਡ ਕਰਾਸ ਦੇ ਵਿੱਚੋਂ ਕਿਉਂਕਿ ਮਾਮਲਾ ਪਹੁੰਚ ਗਿਆ ਸੀ ਹਾਈ ਕੋਰਟ ਤੱਕ, ਹਾਈ ਕੋਰਟ ਨੇ ਦਾ ਨੋਟਿਸ ਲੈ ਲਿਆ, ਕੁਛ ਟਿੱਪਣੀਆਂ ਵੀ ਕਰਤੀਆਂ ਸੀ, ਉਹ ਕੰਮ ਰੁਕ ਗਿਆ। ਜੀ ਫਿਰ ਇੱਕ ਆ ਜਿਹੜੀ ਸੁਖਮਨੀ ਸੁਸਾਇਟੀ ਜਾਂ ਜਿਹੜੇ ਆ ਸਾਂਝ ਕੇਂਦਰ ਬਣਾਏ ਆ ਪਿਛਲੀ ਦਿਨਾਂ 'ਚ, ਆਪਣੇ 18-20 ਲੱਖ ਰੁਪਏ ਦੀ ਚੋਰੀ ਵੀ ਹੋ ਗਈ ਸੀ। ਜੀ ਇਹ ਸਾਂਝ ਕੇਂਦਰ ਵੀ ਇਸੇ ਕੰਮ ਵਾਲੇ ਹੀ ਹੈ। ਜੀ ਉਹਦੇ 'ਚ ਲੋਕਾਂ ਨੂੰ ਕਹਿੰਦੇ ਵੀ ਥੋੜਾ ਕੰਮ ਸੁਖਾਲਾ ਕਰਤਾ, ਸੁਖਾਲਾ ਨਹੀਂ ਕਰਤਾ, ਔਖਾ ਕੀਤਾ ਵੈ। ਜੀ ਅੱਗੇ ਆਪਾਂ ਜਾਂਦੇ ਸੰਬੰਧਿਤ ਕਲਰਕ ਕੋਲੇ, ਦੱਸੋ ਜੀ ਆਓ ਸਾਡੀ ਫੀਸ ਭਰਾਓ, ਠੀਕ ਹੈ। ਹੁਣ ਉਹ ਪਹਿਲਾਂ ਜਿਵੇਂ ਗੁੰਡਾ ਟੈਕਸ ਹੁੰਦਾ ਨਾ, ਗੁੰਡਾ ਟੈਕਸ ਲੱਗਦਾ ਹੈ, ਜੀ। ਕਹਿੰਦੇ ਹਾਂ ਵੀ ਤੇਰੀ ਕਿੰਨੀ ਹੈ, ਆਹ ਪੈਸੇ ਤਾਂ ਸਾਡੇ ਆ, ਵੀ ਅਸੀਂ ਤੇਰਾ ਇਹ ਸਾਰਾ ਕੁਝ ਕਰਾਂਗੇ, ਤੇਰਾ ਅਸੀਂ ਪ੍ਰੋਸੈਸ ਕਰਾਂਗੇ, ਸਾਰਾ ਉਹ ਕਰਾਂਗੇ। ਆਹ ਸਰਕਾਰੀ ਫੀਸ ਹੈ। ਜੀ ਸਰਕਾਰੀ ਫੀਸ ਇਹ ਹੈ, ਮਤਲਬ ਇਹ ਬੰਦੂਕ ਹੈਗੀ ਹੈ 3000 ਦੀ, ਤੇ ਲਾਇਸੈਂਸ ਤੁਸੀਂ ਜੇ ਕਰਵਾਉਣਾ ਤਾਂ ਤੁਹਾਡਾ 3000 ਦੇ 4000 ਦੇ ਕਰੀਬ ਤੁਹਾਡਾ ਉੱਤੇ ਹੋਰ ਲੱਗ ਜਾਣਾ। ਬਿਲਕੁਲ। ਫਿਰ ਤੁਸੀਂ ਜਿੱਥੇ ਜਾਓਗੇ ਵੈਰੀਫਿਕੇਸ਼ਨ ਵਗੈਰਾ ਕਰਾਓਗੇ, ਇਹ ਚੱਲਦਾ ਹੈ। ਤਾਂ ਆਪਾਂ ਤਹਿਸੀਲਦਾਰਾਂ ਦੀ ਗੱਲ ਕਰਦੇ ਸੀ ਕਿ ਤਹਿਸੀਲਦਾਰਾਂ ਨੂੰ ਫਿਰ ਖਾਣ ਪੀਣ ਦਾ ਮਾਲ ਉਹ ਵੀ ਦੇਣਾ ਪੈਂਦਾ। ਜੀ ਉਹ ਤੋਂ ਬਾਅਦ ਫਿਰ ਆਪਣਾ ਮਹਿਕਮਾ ਆ ਗਿਆ ਪੱਤਰਕਾਰਾਂ ਦਾ। ਜੀ ਜਦੋਂ ਕੋਈ ਪ੍ਰੈਸ ਕਾਨਫਰੰਸ ਹੁੰਦੀ ਹੈ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਫਿਰ ਜਿਹੜੇ ਆਉਂਦੇ ਹੁੰਦੀਆਂ ਗੁਲਾਬ ਜਾਮਣਾ, ਸਮੋਸੇ, ਬਰਫੀ, ਜੀ ਉਹ ਜੱਟਾਂ ਦਾ ਹੀ ਲਹੂ ਪੀਤਾ ਹੁੰਦਾ, ਜਿਨ੍ਹਾਂ ਨੇ ਜ਼ਮੀਨਾਂ ਜਮੂਨਾਂ ਖਰੀਦੀਆਂ, ਲਹੂ ਸਰਿੰਜਾਂ ਨਾਲ ਕੱਢਿਆ ਹੁੰਦਾ ਹੈ। ਜੀ ਉਹ ਫਿਰ ਆਪਣੇ ਮੂਹਰੇ ਜਿਹੜਾ ਪਰੋਸ ਦਿੱਤਾ ਜਾਂਦਾ ਹੈ। ਜੀ ਇੱਕ ਵਾਰੀ ਅਸੀਂ ਇਹੋ ਜਿਹੀ ਇੱਕ ਪ੍ਰੈਸ ਕਾਨਫਰੰਸ 'ਚ ਬੈਠੇ ਸੀ, ਮੇਰੇ ਨਾਲ ਸਾਡੇ ਜਿਹੜੇ ਉਸ ਵੇਲੇ ਦੇ ਬਠਿੰਡਾ ਪ੍ਰੈਸ ਕਲੱਬ ਦੇ ਪ੍ਰਧਾਨ ਹੁੰਦੇ ਸੀ SP ਸ਼ਰਮਾ ਸਾਹਿਬ, ਜੀ ਉਹ ਵੀ ਬੈਠੇ ਸੀ। ਉਹ ਸ਼ਰਮਾ ਤੋਂ ਤੁਹਾਨੂੰ ਪਤਾ ਹੀ ਹੈ ਬ੍ਰਾਹਮਣ ਭਾਈਚਾਰੇ ਨਾਲ ਸੰਬੰਧ ਰੱਖਦੇ ਹੈ। ਜੀ ਮੈਂ ਕਿਹਾ ਸ਼ਰਮਾ ਜੀ, ਉਹ ਜੋ ਬਰਫੀ ਖਾ ਰਹੇ ਸੀ, ਮੈਂ ਪਤਾ ਕੀ ਹੈ? ਕਹਿੰਦੇ ਕੀ ਹੈ? ਮੈਂ ਕਿਹਾ ਇਹ 'ਚ ਲਹੂ ਹੈ। ਜੀ ਕਹਿੰਦੇ ਲਹੂ ਕਿੱਥੋਂ ਹੈ? ਮੈਂ ਕਿਹਾ ਲਹੂ ਇਹਦੇ 'ਚ ਮਨੁੱਖਾਂ ਦਾ ਹੈ। ਕਹਿੰਦੇ ਯਾਰ ਇਹ ਕਿਵੇਂ, ਤਾਂ ਦੁੱਧ ਦਾ ਬਣਦਾ ਹੈ। ਮੈਂ ਕਿਹਾ ਦੁੱਧ ਦਾ ਨਹੀਂ ਬਣਦਾ, ਜਿਨ੍ਹਾਂ ਦੇ ਪੈਸੇ ਲੱਗੇ ਨੇ ਉਹ ਸਰਿੰਜਾਂ ਨਾਲ ਉਹਨਾਂ ਦੀਆਂ ਨਾੜਾਂ 'ਚੋਂ ਕੱਢ ਕੇ ਆਪਾਂ ਖਾ ਰਹੇ ਹਾਂ। ਆਪਾਂ ਚੁਸਕੀਆਂ ਲੈ ਲੈ, ਜਿਹੜੀ ਚਾਹ ਪੀਣੀ ਹੈ ਇਹ ਉਹ ਹੈ। ਜੀ ਉਹ ਉਹਨਾਂ ਨੂੰ ਬੜੀ ਗਲੈਨੀ ਜੀ ਹੋਈ, ਯਾਰ ਕਹਿੰਦੇ ਗੱਲ ਤਾਂ ਤੇਰੀ ਠੀਕ ਹੈ। ਇਵੇਂ ਜਿਵੇਂ ਜਿਹੜੇ ਫਿਰ ਵਜ਼ੀਰ ਸਾਹਿਬਾਨ ਆਉਂਦੇ ਹੈ, ਜੀ ਤੁਸੀਂ ਦੇਖੋ ਜਿੱਥੇ ਵਜ਼ੀਰ ਨੇ ਆਉਣਾ ਹੁੰਦਾ ਹੈ, ਵਜ਼ੀਰ ਦੇ ਆਉਣ ਤੋਂ ਪਹਿਲਾਂ DC ਜਾਵੇ, SDM ਜਾਵੇ ਨਾ ਜਾਵੇ, SSP ਜਾਵੇ ਨਾ ਜਾਵੇ, ਤਹਿਸੀਲਦਾਰ ਜਾਣਾ, ਤਹਿਸੀਲਦਾਰ ਜ਼ਰੂਰ ਖੜਾ ਹੁੰਦਾ ਹੈ। ਡਿਊਟੀ ਲੱਗੀ ਹੁੰਦੀ ਉਹ ਡਿਊਟੀ ਲੱਗੀ ਹੁੰਦੀ ਹੈ ਵੀ ਭਾਈ ਤੂੰ ਕਰਨਾ। ਜਿਹੜੇ ਹੋਟਲ 'ਚ ਠਹਿਰਨਾ ਉੱਥੇ ਪ੍ਰਬੰਧ ਹੁੰਦਾ ਹੈ। ਜੀ ਉਹ ਸਾਰਾ ਮਾਮਲਾ ਹੈ। ਕਈ ਵਾਰੀ ਤਾਂ ਇਹ ਵੀ ਹੁੰਦਾ ਜੇ ਕੋਈ ਆਪਣਾ DC ਵਗੈਰਾ ਮਿੱਤਰ ਪਿਆਰਾ ਬਾਹਰ ਲੱਗਿਆ ਹੋਵੇ, ਜੀ ਆਪਾਂ ਉੱਥੇ ਚਲੇ ਜਾਂਦੇ ਹਾਂ। ਜੀ ਉਹਨੂੰ ਕਹਿੰਦੇ ਯਾਰ ਸਾਡਾ ਰੈਸਟ ਹਾਊਸ ਦੇ ਵਿੱਚ ਰਹਿਣ ਦਾ ਇੰਤਜ਼ਾਮ ਕਰ ਦੇ। ਜੀ ਮੇਰਾ ਯਾਤੀ ਤਜਰਬਾ ਮੈਂ ਤੁਹਾਨੂੰ ਦੱਸਦਾ। ਜੀ ਇੱਕ ਵਾਰੀ ਸਾਨੂੰ ਲੁਧਿਆਣੇ ਕੰਮ ਸੀ, ਜੀ ਅਸੀਂ ਲੁਧਿਆਣੇ ਗਏ, 3-4 ਪੱਤਰਕਾਰ, ਉੱਥੇ DC ਸਾਹਿਬ ਸਾਡੇ ਚੰਗੇ ਵਾਕਫਕਾਰ ਸੀ, ਉਹ ਸੀਗੇ। ਫੋਨ ਕਰ ਲਿਆ ਅਸੀਂ ਵੀ ਜੀ ਸਾਨੂੰ ਕਮਰਾ ਹੀ ਦੇ ਜੋ ਸਰਕਟ ਹਾਊਸ ਆ, ਪੱਤਰਕਾਰ ਇਨਟਾਈਟਲ ਆ। ਜੀ ਉਹ ਕਹਿੰਦੇ ਹਾਂ ਤੁਹਾਨੂੰ ਜ਼ਰੂਰ ਦੇਵਾਂਗੇ ਯਾਰ, ਤੁਸੀਂ ਤਾਂ ਇਨਟਾਈਟਲ ਹੋ। ਮੈਂ ਕਿਹਾ ਚਲੋ ਠੀਕ ਆ, ਅਸੀਂ ਜਾਂਦੇ ਹਾਂ, ਸਰਕਟ ਹਾਊਸ ਕਰ ਦਿਓ। ਅਤੇ ਉਹਨਾਂ ਨੇ ਚਲੋ ਕਹਿ ਤਾ, ਨਾਲ ਉਹਨਾਂ ਨੇ ਇੱਕ ਨਾਇਬ ਤਹਿਸੀਲਦਾਰ ਨੂੰ ਕਹਿ ਤਾ ਜੀ ਵੀ ਤੂੰ ਜਾਣਾ। ਉਹਨਾਂ ਦੇ ਉਸੇ ਦਿਨ ਹੀ ਉੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਦੇਸ਼ ਦੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਹੋਰੀ ਆਏ ਹੋਏ ਸੀ। ਜੀ ਸਾਰਾ ਸ਼ਾਸਨ ਤਾਂ ਉਹਨਾਂ ਦੇ, ਪ੍ਰਸ਼ਾਸਨ ਤਾਂ ਉਹਨਾਂ ਦੀ ਆਓ ਭਗਤ 'ਚ ਲੱਗਿਆ ਹੋਇਆ। ਜੀ। ਤੇ ਇੱਕ ਨਾਇਬ ਤਹਿਸੀਲਦਾਰ ਸਾਡੇ ਕੋਲੇ ਆ ਗਿਆ, ਜੀ ਨਾਲ ਉਹਦੇ ਦਾ ਰੀਡਰ, ਮਹਾਰਾਜ ਅਸੀਂ ਕਿ ਡੀ ਸਾਹਿਬ ਨੇ ਭੇਜਿਆ ਜੀ, ਦੱਸੋ ਜਨਾਬ ਕੀ ਖਾਓਗੇ ਜੀ? ਜੀ ਰੋਟੀ ਅਸੀਂ ਇੱਥੇ ਖਾਵਾਂਗੇ ਰੋਟੀ। ਜੀ ਨਹੀਂ ਜੀ ਨਹੀਂ, ਮੈਨੂੰ ਦੱਸੋ ਤੁਹਾਨੂੰ ਰੋਟੀ ਬਾਹਰ ਖਵਾਉਣੀ ਹੈ? ਜੀ ਨਹੀਂ ਜੀ। ਪੀਓਗੇ ਕੀ? ਜੀ ਕਿ ਪਾਣੀ ਤਾਂ ਨਹੀਂ ਪੀ ਲਾਂਗੇ। ਨਹੀਂ ਜੀ, ਕੌੜਾ ਪਾਣੀ। ਜੀ ਸਿੱਖਿਆ ਯਾਰ ਗੱਲ ਕੀ? ਕਹਿੰਦੇ ਜੀ DC ਸਾਹਿਬ ਨੇ ਮੇਰੀ ਡਿਊਟੀ ਲਾਈ ਹੈ। ਜੀ ਹੁਣ ਤੁਸੀਂ ਇਹ ਦੇਖੋ ਕਿ ਤਹਿਸੀਲਦਾਰਾਂ ਨੂੰ ਆਪਾਂ ਮਾੜੇ ਕਹਿ ਦਿੰਦੇ ਹਾਂ, ਜੀ ਉਹ ਆਪਦੀ ਥਾਂ ਦੇ ਉੱਤੇ ਉਹਨਾਂ ਤੇ ਬੋਝ ਕਿੰਨਾ ਪੈਂਦਾ। ਜੀ ਇਹ ਬੋਝ ਵੀ ਪੈ ਗਿਆ ਜੀ। ਹੋਰ ਮੇਰਾ ਖਿਆਲ ਹੈ ਵੀ ਕੋਈ ਮਾਮਲਾ ਜਿਹੜਾ ਖਰਚਾ ਆਉਣਾ ਸਰਕਾਰੀ ਖਰਚਾ ਸਾਰਾ ਤਹਿਸੀਲਦਾਰਾਂ ਤੇ ਪੈਣੇ। ਜੀ ਹੁਣ ਤਹਿਸੀਲਦਾਰਾਂ ਦੀ ਵਿਜੀਲੈਂਸ ਵਾਲੇ ਨੇ ਲਿਸਟ ਜਾਰੀ ਕਰਤੀ, ਲਿਸਟ ਤਿਆਰ ਕਰਕੇ ਭੇਜਤੀ ਚੀਫ ਸੈਕਟਰੀ ਨੂੰ। ਜੀ VK ਜੰਜੂਆ ਸਾਹਿਬ ਨੇ ਜੀ, ਉਹ ਜਿਹੜਾ ਇਹਨਾਂ ਦੇ ਮਹਿਕਮੇ ਦਾ ਅਫਸਰ ਸੀ ਸਭ ਤੋਂ ਵੱਡਾ ਮਾਲ ਮਹਿਕਮੇ ਦਾ, ਉਹਨੂੰ ਭੇਜਤੀ ਜੀ ਵੀ ਇਹਨਾਂ ਦੇ ਖਿਲਾਫ ਕਾਰਵਾਈ ਕਰੋ। ਕਿਉਂਕਿ ਉਹਨਾਂ ਨੇ ਵੀ ਲਿਖਿਆ ਸੀਗਾ, ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੇ ਵੀ, ਭਾਈ ਇਹਨਾਂ ਬੰਦਿਆਂ ਦੀਆਂ ਸ਼ਿਕਾਇਤਾਂ ਇਹ ਮਿਲ ਗਈਆਂ, ਸਾਡੇ ਕੋਲ ਜੋ ਫੀਡਬੈਕ ਆਪਣੇ ਰਿਪੋਰਟ ਹੈ ਕਿ ਇਹ ਬੰਦੇ ਪੈਸੇ ਪੂਸੇ ਖਾਂਦੇ ਹੈ, ਕਰਪਟ ਹੈ, ਜੀ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰੋ। ਜੀ ਕਿਉਂਕਿ ਕੋਈ ਜ਼ਰੂਰੀ ਨਹੀਂ ਕਿ ਉਹ ਬੰਦਾ ਰੈੱਡ ਹੈਂਡਡ ਫੜਿਆ ਜਾਵੇ, ਤੁਸੀਂ ਆਪਣੇ ਪੱਧਰ ਤੇ ਬੜਾ ਕੁਝ ਕਰ ਸਕਦੇ ਹੋ। ਜੀ ਆਓ ਜਿਹੜਾ ਹੈਗਾ ਥੋੜਾ ਰਾਜਜੀਤ ਸਿੰਘ
SSP ਜੀ ਉਹਦੀ ਕਿਹੜਾ ਕੋਈ ਇਨਕੁਆਇਰੀ ਹੋਈ ਸੀ? ਇਨਕੁਆਇਰੀ ਤਾਂ ਉਹ ਮਾੜੇ ਕੰਮਾਂ ਦੀ ਹੋਈ ਸੀ, ਲੇਕਿਨ ਉਹਦੀ ਡਿਪਾਰਟਮੈਂਟਲ ਤਾਂ ਕੋਈ ਇਨਕੁਆਇਰੀ ਨਹੀਂ ਹੋਈ ਸੀ। ਉਹ ਜੀ। ਬੰਦੇ ਤਾਂ ਡਿਸਮਿਸ ਕਰ ਹੀ ਦਿੱਤਾ ਸੀ 311 ਲਾ ਕੇ। ਜੀ ਉਹ ਵਰਿੰਦਰ ਕੁਮਾਰ ਹੋਣਾ ਨੇ ਭੇਜਤਾ, ਭਾਈ ਤੁਸੀਂ ਇੱਥੇ ਕੰਮ ਕਰ ਲਓ। ਉਹਨੇ ਥੱਲੇ ਭੇਜਤਾ ਤੇ ਥੱਲੇ 'ਚੋਂ ਮੇਰਾ ਖਿਆਲ ਵੀ ਉੱਥੇ, ਕਿਉਂਕਿ FCR ਦੇ ਦਫ਼ਤਰ ਤੱਕ ਸਾਰਾ ਕੁਝ ਜਾਂਦਾ ਹੈ। ਜੀ ਮੈਂ FCR ਤੱਕ ਨਹੀਂ ਕਹਿੰਦਾ, ਦਫ਼ਤਰਾਂ ਤੱਕ ਜੀ ਸਟੂਡੈਂਟ ਵਗੈਰਾ ਹੁੰਦੇ, ਜੀ ਉੱਥੋਂ ਭਾਈ ਉਹਨਾਂ ਨੇ ਵੀ ਆ ਤਾਂ ਯਾਰ ਸਾਡੇ ਮਹਿਕਮੇ ਦੇ ਉੱਤੇ ਉਂਗਲ ਧਰਤੀ ਵਿਜੀਲੈਂਸ ਵਾਲਿਆਂ ਨੇ, ਤੇ ਹੁਣ ਇਹਦਾ ਆਪਾਂ ਫਿਰ ਕਰੀਏ ਕੀ? ਜੀ ਫਿਰ ਇੱਕੋ ਹੀ ਤਰੀਕਾ ਹੁੰਦਾ ਵੀ ਇਹਨੂੰ ਜੱਗ ਜ਼ਾਹਰ ਕਰ ਦਿਓ ਚਿੱਠੀ ਨੂੰ, ਜੀ ਤੇ ਮੀਡੀਆ ਫਿਰ ਪੈ ਜਾਊਗਾ। ਜੀ ਲਓ ਜੀ, ਫਿਰ ਉਹ ਜੱਗ ਜ਼ਾਹਰ ਹੋ ਗਈ ਚਿੱਠੀ, ਪਰਸੋਂ ਜੱਗ ਜ਼ਾਹਰ ਹੋਈ ਹੈ ਜੀ ਤੇ ਲਾਲਾ ਹੋ ਗਈ ਸਾਰੇ ਪਾਸੇ, ਜੀ ਮੀਡੀਆ ਵੀ ਲੱਗ ਗਿਆ, ਸਾਰੇ ਲੱਗ ਗਏ, ਤੇ ਕੱਲ ਫਿਰ ਉਹ ਅਚਨਚੇਤ ਹੜਤਾਲ ਤੇ ਚਲੇ ਗਏ। ਜੀ ਪਤਾ ਲੱਗਿਆ ਕਹਿੰਦੇ ਵੀ ਇਹਦੇ ਤੇ ਮੁੱਖ ਮੰਤਰੀ ਤਾਂ ਹੋਇਆ ਸਖਤ ਕੇ ਕਾਰਵਾਈ ਕਰੋ, ਜੀ ਪਰ ਕਾਰਵਾਈ ਹੁੰਦੀ ਕੀ ਹੈ ਇਹਦੇ ਬਾਰੇ ਇੰਨੀ ਕੁ ਜਾਣਕਾਰੀ ਮਿਲੀ ਹੈ ਕਿ ਚੀਫ ਸੈਕਟਰੀ ਦੀ ਤੇ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਦੀ ਮੀਟਿੰਗ ਤੱਕ ਹੋ ਚੁੱਕੀ ਹੈ। ਜੀ ਉਹਦੇ ਵਿੱਚ ਫੈਸਲਾ ਕੀ ਹੋਇਆ, ਲੇਕਿਨ ਇਹ ਗੱਲ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਤਾਂ ਕਰਤੀ ਮਤਲਬ ਅਣਐਲਾਨੀ ਹੜਤਾਲ। ਉਹ ਅਣਐਲਾਨੀ ਹੜਤਾਲ ਦਾ ਜਿਹੜਾ ਹੈਗਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ। ਜੀ ਬਿਲਕੁਲ ਜਿਨ੍ਹਾਂ ਲੋਕਾਂ ਨੇ ਸਮਾਂ ਲਿਆ ਰਜਿਸਟਰੀਆਂ ਕਰਾਉਣ ਵਾਸਤੇ, ਜਦੋਂ ਅਧਿਕਾਰੀ ਹੈ ਨਹੀਂਗੇ ਤੇ ਉਹ ਰਜਿਸਟਰੀਆਂ ਹੁਣ ਕਿਵੇਂ ਪਾਈ, ਉਹ ਧੱਕੇ ਖਾਂਦੇ ਫਿਰਦੇ ਹੈ। ਵਿਦੇਸ਼ਾਂ ਦੇ ਵਿੱਚੋਂ ਜਿਹੜੇ ਲੋਕ ਆਏ ਹੋਏ ਹੈ ਆਪਦੀਆਂ ਜ਼ਮੀਨਾਂ ਦਾ ਲੈਣ ਦੇਣ ਕਰਨ ਵਾਸਤੇ, ਉਹ ਧੱਕੇ ਖਾਂਦੇ ਫਿਰਦੇ ਹੈ। ਸੋ ਇਹ ਹਾਲਤ ਹੈ ਮੇਰੇ ਪੰਜਾਬ ਦਾ। ਜੀ ਬਿਲਕੁਲ। ਬਿੱਲ ਨਵੇਂ ਸੰਸਦ ਦੇ ਵਿੱਚ ਪਾਸ ਹੋਏ ਆ ਜੀ, ਪੰਜਾਬ ਦੀ ਗੱਲ ਆ। ਤੇ ਗਵਰਨਰ ਸਾਹਿਬ ਕਹਿੰਦੇ ਵਿਸ਼ੇਸ਼ ਸੈਸ਼ਨ 'ਚ ਪਾਸ ਬਿੱਲਾਂ ਸੰਬੰਧੀ ਸੰਵਿਧਾਨ ਮੁਤਾਬਕ ਫੈਸਲਾ ਲਵਾਂਗਾ। ਦੇਖੋ, ਬਿੱਲ ਜਿਹੜੇ ਹੈਗੇ ਹੈ ਮਹੱਤਵਪੂਰਨ ਬਿੱਲ ਹੈ। ਇੱਕ ਹੈ ਗੁਰਦੁਆਰਾ ਸੋਧ ਬਿੱਲ 2023, ਜੀ ਉਹ ਹੈ ਐਕਟ ਜਿਹੜਾ ਬਣਿਆ ਹੋਇਆ ਹੈ। ਦੂਜਾ ਜਿਹੜਾ ਹੈਗਾ ਉਹ ਹੈਗਾ ਕਿ ਵਾਈਸ ਚਾਂਸਲਰ ਤਾਂ ਲੱਗਦੇ ਹੈ, ਇੱਕ ਚਾਂਸਲਰ ਹੁੰਦਾ ਹੈ। ਜੀ ਇਸ ਵੇਲੇ ਚਾਂਸਲਰ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ, ਜਿਵੇਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੋ ਗਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋ ਗਈ, 2 ਟੈਕਨੀਕਲ ਯੂਨੀਵਰਸਿਟੀਆਂ ਹੋ ਗਈਆਂ ਬਠਿੰਡਾ ਤੇ ਆਪਣਾ ਕਪੂਰਥਲੇ ਵਾਲੀ, ਇੱਕ ਤੁਹਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋ ਗਈ, ਮੇਰੇ ਖਿਆਲ ਹੋਰ ਵੀ ਹੋਣਗੀਆਂ। ਜੀ ਇਹਨਾਂ ਯੂਨੀਵਰਸਿਟੀਆਂ ਦੇ ਚਾਂਸਲਰ ਗਵਰਨਰ ਹੁੰਦੇ ਹੈ। ਜੀ ਔਰ ਇਹਦੇ ਵਾਸਤੇ ਵੀ ਉਹਨਾਂ ਨੇ ਇੱਕ ਉਹ ਵੀ ਕੀਤਾ ਹੈ। ਇੱਕ ਉਹਨਾਂ ਨੇ ਆਪਣਾ ਜਿਹੜਾ ਕਾਨੂੰਨ ਬਣਾਇਆ ਕਿ DGP ਅਸੀਂ ਆਪਣੇ ਪੱਧਰ ਤੇ ਲਾਵਾਂਗੇ, ਜੀ ਉਹ ਵੀ ਬਣਿਆ ਹੋਇਆ। ਇਹ ਸਾਰੇ ਮਾਮਲੇ ਜਿਹੜੇ ਹੈਗੇ ਹੈ, ਇਹ ਸਾਰੇ ਦੇ ਸਾਰੇ ਮਾਮਲੇ ਜਿਹੜੇ ਹੈ ਇਹਨਾਂ ਨੇ ਐਕਟ ਪਾਸ ਕਰਤੇ ਹੈ, ਬਿੱਲ ਪਾਸ ਕਰਤੇ, ਤੇ ਬਿੱਲ ਹੈ ਹਾਲੇ ਤੱਕ ਇਹ ਐਕਟ ਨਹੀਂ ਬਣੇ, ਕਾਨੂੰਨ ਨਹੀਂ ਬਣੇ। ਜੀ ਇਹ ਜਾਣਗੇ ਹੁਣ ਗਵਰਨਰ ਦੇ ਕੋਲੇ ਭੇਜ ਦੇਣਗੇ, ਬਲ ਤਾਂ ਕੱਲ੍ਹ ਭੇਜਤੇ ਹੋਣਗੇ, ਨਹੀਂ ਅੱਜ ਪਹੁੰਚ ਗਏ ਹੋਣਗੇ। ਗਵਰਨਰ ਸਾਹਿਬ ਫਿਰ ਇਹਦੇ 'ਤੇ ਹੁਣ ਵਿਚਾਰ ਕਰਨਗੇ ਕਿ ਆਪਾਂ ਕੀ ਕਰੀਏ। ਜੀ ਕੱਲ੍ਹ ਗਵਰਨਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਲੈਂਗੁਏਜ ਤਾਂ ਭਾਵੇਂ ਵਰਤੀ ਜਿਹੜੀ ਹੈਗੀ ਥੋੜ੍ਹੀ ਜਿਹੀ, ਜਿਹਨੂੰ ਆਪਾਂ ਸੱਭਿਅਕ ਕਹਿੰਦੇ ਹਾਂ, ਜੀ ਲੇਕਿਨ ਉਹਨਾਂ ਦਾ ਬੋਲਣ ਚੱਲਣ, ਉਹਨਾਂ ਦੀ ਬੋਡੀ ਲੈਂਗੁਏਜ ਉਹ ਦੱਸਦੀ ਸੀ ਕਿ ਗਵਰਨਰ ਸਾਹਿਬ ਕਾਫੀ ਅੰਦਰੋਂ ਖਫਾ ਹੈ, ਅੰਬੇ ਪਏ ਹੈ, ਅੱਕੇ ਪਏ ਹੈ। ਜੀ ਉਹਨਾਂ ਨੂੰ ਜਦੋਂ ਗੱਲ ਕੀਤੀ, ਪਹਿਲੀ ਗੱਲ ਤਾਂ ਉਹਨਾਂ ਨੇ ਭਗਵੰਤ ਸਿੰਘ ਮਾਨ ਦੇ ਉੱਤੇ ਸਵਾਲ ਉਠਾਇਆ। ਉਹ ਕਹਿੰਦੇ ਜੀ ਗੱਲ ਇਹ ਹੈ ਵੀ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਹੈ, ਔਰ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ, ਉਹ ਗੱਲਾਂ ਵਿਧਾਨ ਸਭਾ ਦੇ ਵਿੱਚ ਜੋ ਉਹਨਾਂ ਨੇ ਗੱਲ ਕਹੀ ਹੈ, ਉਹ ਗੱਲ ਅਜਿਹੀ ਹੈ ਜਿਹੜੀ ਮੇਰੇ ਸੰਬੰਧੀ ਜਿਹੜੀਆਂ ਗੱਲਾਂ ਕਹੀਆਂ ਵੀ ਨਾਲੇ ਤਾਂ ਮੇਰੀ ਉਮਰ ਦੇ ਲਿਹਾਜ਼ ਨਾਲ ਤੇ ਮੇਰੇ ਅਹੁਦੇ ਦੇ ਲਿਹਾਜ਼ ਨਾਲ ਜੀ ਉਹ ਗੱਲਾਂ ਠੀਕ ਨਹੀਂ। ਤੇ ਕਹਿਣ ਵਾਲਾ ਬੰਦਾ ਜਿਹੜਾ ਹੈਗਾ ਉਹ ਵੀ ਕੰਸਟੀਟਿਊਸ਼ਨਲ ਪੋਸਟ ਤੇ ਜੀ ਮੁੱਖ ਮੰਤਰੀ ਹੈ ਪੰਜਾਬ ਦਾ ਭਗਵੰਤ ਮਾਨ, ਜੀ ਉਹਦੇ ਰੁਤਬੇ ਦੇ ਮੁਤਾਬਕ ਵੀ ਉਹ ਗੱਲਾਂ ਠੀਕ ਨਹੀਂ। ਜੀ ਤਾਂ ਕਹਿੰਦੇ ਜੀ ਮੈਨੂੰ ਇਸ ਗੱਲ ਦਾ ਇਤਰਾਜ਼ ਹੈ। ਦੂਜੀ ਉਹਨਾਂ ਨੇ ਮਿੱਠੀ ਜੀ ਧਮਕੀ ਵੀ ਦਿੱਤੀ। ਜੀ ਉਹ ਕਹਿੰਦੇ ਵੀ ਇਹ ਗੱਲਾਂ ਤੁਸੀਂ ਸਦਨ ਦੇ ਅੰਦਰ ਕਹੀਆਂ, ਜਿਵੇਂ ਕਹਿੰਦਾ ਲਵ ਲੈਟਰ ਲਿਖਿਆ ਜੀ ਮੈਨੂੰ ਇਹਨੇ। ਜੀ ਉਹ ਤੁਹਾਨੂੰ ਪਤਾ ਮੁੱਖ ਮੰਤਰੀ ਸਾਹਿਬ ਖੜੇ ਹੋਏ ਹੈ ਬੋਲਣ ਵਾਸਤੇ, ਜੀ ਸਪੀਕਰ ਸਾਹਿਬ ਨੂੰ ਐਡਰੈਸ ਹੁੰਦੇ ਵੀ ਸਪੀਕਰ ਸਾਹਿਬ ਆ ਮੇਰੇ ਹੱਥ ਵਿੱਚ ਜਿਹੜੇ ਕਾਗਜ਼ ਹੈ, ਇਹ ਕੋਈ ਮੇਰਾ ਕੋਈ ਬਿੱਲ ਨਹੀਂ ਮੈਂ ਲੈ ਕੇ ਆਇਆ, ਜੀ ਇਹ ਉਹ ਨਹੀਂ ਹੈ ਕਾਗਜ਼, ਇਹ ਕਾਗਜ਼ ਉਹ ਹੈ ਜਿਹੜੇ ਗਵਰਨਰ ਸਾਹਿਬ ਨੇ ਮੈਨੂੰ ਲਵ ਲੈਟਰ ਲਿਖੇ। ਜੀ ਕਹਿੰਦੇ ਇਹ ਗਵਰਨਰ ਸਾਹਿਬ ਕਹਿੰਦੇ ਵੀ ਮੇਰੇ ਕੋਲ ਹੱਕ ਹੈ ਕਿ ਮੈਂ ਜਿਹੜੀ ਕੋਈ ਮੇਰੇ ਕੋਲ ਕੰਪਲੇਂਟ ਆਉਂਦੀ ਹੈ, ਕੋਈ ਗੱਲਬਾਤ ਹੁੰਦੀ ਹੈ, ਮੈਨੂੰ ਕੋਈ ਜਾਣਕਾਰੀ ਚਾਹੀਦੀ ਹੈ, ਮੈਂ ਸਰਕਾਰ ਨੂੰ ਪੁੱਛ ਸਕਦਾ। ਜੀ ਔਰ ਉਹਨਾਂ ਨੇ ਕਿਹਾ ਕਿ ਇਹਦੀ ਪੁਸ਼ਟੀ ਕੀਤੀ ਹੈ ਦੇਸ਼ ਦੀ ਸੁਪਰੀਮ ਕੋਰਟ ਨੇ ਵੀ। ਜੀ ਦੇਸ਼ ਦੀ ਸੁਪਰੀਮ ਕੋਰਟ 'ਚ ਮਾਮਲਾ ਉਦੋਂ ਗਿਆ ਸੀ ਦਲਵੀਰ ਜੀ, ਜਦੋਂ ਪਿਛਲਾ ਸੈਸ਼ਨ ਬੁਲਾਉਣਾ ਸੀ ਤੇ ਪੰਜਾਬ ਦੀ ਸਰਕਾਰ ਨੇ ਕਿਹਾ ਵੀ ਸੈਸ਼ਨ ਬੁਲਾਓ। ਗਵਰਨਰ ਸਾਹਿਬ ਕਹਿੰਦੇ ਵੀ ਦੱਸੋ ਏਜੰਡਾ ਕੀ ਹੈ। ਜੀ ਉਹਨਾਂ ਨੇ ਆਪਦਾ ਏਜੰਡਾ ਵੀ ਭੇਜਤਾ। ਗਵਰਨਰ ਸਾਹਿਬ ਕਹਿੰਦੇ ਵੀ ਮੈਨੂੰ ਇਹ ਦੱਸੋ ਵੀ ਤੁਸੀਂ ਕਾਹਦੇ ਵਾਸਤੇ ਬੁਲਾਉਣੇ। ਜੀ ਉਹਨਾਂ ਨੇ ਥੋੜ੍ਹੀ ਨਾਂਹ ਨੁੱਕਰ ਕਰਤੀ ਤੇ ਸਾਡੀ ਸਰਕਾਰ ਚਲੀ ਗਈ ਸੀ ਸੁਪਰੀਮ ਕੋਰਟ। ਜੀ ਸੁਪਰੀਮ ਕੋਰਟ ਦੇ ਉੱਤੇ 3 ਕਿਸਮ ਦੇ ਵਕੀਲ ਹੋਏ। ਤਿੰਨੇ ਵਕੀਲ ਪੰਜਾਬ ਦੇ ਖਜ਼ਾਨੇ 'ਚ ਉਹਨਾਂ ਨੂੰ ਪੈਸਾ ਮਿਲਿਆ। ਜੀ ਇੱਕ ਵਕੀਲ ਪੰਜਾਬ ਸਰਕਾਰ ਦਾ,
ਇੱਕ ਪੰਜਾਬ ਦੀ ਵਿਧਾਨ ਸਭਾ ਦਾ, ਇੱਕ ਗਵਰਨਰ ਦਾ। ਜੀ। ਪੇਮੈਂਟ ਸਰਕਾਰੀ ਖਜ਼ਾਨੇ 'ਚੋਂ। ਜੀ ਮਤਲਬ ਸਰਕਾਰ ਦੇ 3 ਅੰਗ ਆਪਸ ਵਿੱਚ ਟਕਰਾਉਣ ਲੱਗੇ ਤੇ ਉਹਨਾਂ ਦਾ ਜਿਹੜਾ ਫਿਰ ਉੱਥੇ ਸੁਣਿਆ ਤਿੰਨਾਂ ਧਿਰਾਂ ਨੂੰ। ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ, ਗਵਰਨਰ ਸਾਹਿਬ ਨੂੰ ਕਹਿਤਾ ਕਿ ਗਵਰਨਰ ਸਾਹਿਬ ਤੁਸੀਂ ਮੰਤਰੀ ਮੰਡਲ ਦੇ ਸੁਝਾਅ ਮੁਤਾਬਕ ਕੰਮ ਕਰਨ ਲਈ ਪਾਬੰਦ ਹੋ। ਜੀ ਤੁਹਾਨੂੰ ਜੇ ਮੰਤਰੀ ਮੰਡਲ ਨੇ ਕਿਹਾ ਕਿ ਅਸੀਂ ਸੈਸ਼ਨ ਬੁਲਾਉਣਾ ਤੇ ਤੁਹਾਨੂੰ ਸੈਸ਼ਨ ਬੁਲਾਉਣਾ ਹੀ ਪਊਗਾ। ਜੀ ਅਗਲੀ ਗੱਲ ਉਹਨਾਂ ਨੇ ਮੁੱਖ ਮੰਤਰੀ ਬਾਰੇ ਵੀ ਕਹਿਤੀ ਜੀ ਕਿ ਭਾਰਤੀ ਸੰਵਿਧਾਨ ਦਾ ਆਰਟੀਕਲ 167 ਹੈ ਜਿਹੜਾ, ਜੀ ਉਹ ਇਹ ਗੱਲ ਕਹਿੰਦਾ ਕਿ ਗਵਰਨਰ ਜੇ ਕੋਈ ਇਨਫੋਰਮੇਸ਼ਨ ਮੰਗਦਾ ਹੈ ਤਾਂ ਸਰਕਾਰ ਤੇ ਮੁੱਖ ਮੰਤਰੀ ਨੂੰ ਇਨਫੋਰਮੇਸ਼ਨ ਦੇਣ ਲਈ ਪਾਬੰਦ ਹੈ। ਜੀ ਤੁਹਾਨੂੰ ਇਨਫੋਰਮੇਸ਼ਨ ਦੇਣੀ ਪੈਣੀ ਹੈ। ਜੀ ਜੇ ਮੁੱਖ ਮੰਤਰੀ ਕੋਲ ਸਮਾਂ ਨਹੀਂ ਤਾਂ ਉਹ ਆਪਣੇ ਕਿਸੇ ਅਧਿਕਾਰੀ ਨੂੰ ਭੇਜ ਸਕਦਾ ਕਿ ਜੀ ਗੱਲ ਆਏ। ਇਸ ਕਰਕੇ ਉਹਨਾਂ ਨੇ ਕੱਲ੍ਹ ਗਵਰਨਰ ਸਾਹਿਬ ਨੇ ਉਹ ਵੀ ਪੜ੍ਹ ਕੇ ਸੁਣਾਈ। ਜੀ ਗਵਰਨਰ ਸਾਹਿਬ ਕਹਿੰਦੇ ਵੀ ਕਿਉਂਕਿ ਸ਼ਬਦ ਜਿਹੜਾ ਹਾਊਸ ਦੇ ਅੰਦਰ ਜੋ ਮਰਜ਼ੀ ਕਹਿ ਦੇ, ਇਹ ਇੱਕ ਰਾਈਟ ਹੈ ਜੀ ਕਿਸੇ ਵੀ ਵਿਧਾਇਕ ਨੂੰ, ਕਿਸੇ ਵੀ MLA ਨੂੰ, ਮੰਤਰੀ ਨੂੰ, ਮੁੱਖ ਮੰਤਰੀ ਨੂੰ। ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਅਸੀਂ ਕਰ ਸਕਦੇ। ਜੀ ਜੇ ਕਹਿੰਦੇ ਇਹੀ ਗੱਲ ਉਹ ਬਾਹਰ ਕਹਿਣਗੇ ਜੀ ਤੇ ਫਿਰ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਮੇਰੇ ਕੋਲ ਸਭ ਕੁਝ ਹੈ। ਜੀ। ਮੇਰੀ ਪੂਰੀ ਤਿਆਰੀ, ਮੈਂ ਕਾਨੂੰਨੀ ਕਾਰਵਾਈ ਵੀ ਕਰ ਸਕਦਾ। ਜੀ ਕਾਨੂੰਨੀ ਕਾਰਵਾਈ 2 ਕਿਸਮ ਦੀ ਹੁੰਦੀ ਹੈ। ਜੀ ਇੱਕ ਤਾਂ ਇਹ ਕਿ ਮੈਂ ਕੇਂਦਰ ਨੂੰ ਰਿਪੋਰਟ ਭੇਜ ਸਕਦਾ ਜੀ ਕਿ ਇਹ ਸਰਕਾਰ ਸੰਵਿਧਾਨ ਦੇ ਮੁਤਾਬਕ ਨਹੀਂ ਚੱਲਦੀ, ਜੀ ਸੰਵਿਧਾਨ ਦੀ ਉਲੰਘਣਾ ਕਰਤੀ ਹੈ। ਦੂਜੀ ਹੈ ਕਿ ਮੈਂ ਡੈਫਾਮੇਸ਼ਨ ਦਾ ਕੇਸ ਕਰ ਸਕਦਾ। ਜੀ ਇਹ ਉਹ ਜਾਣਦੇ। ਗਵਰਨਰ ਸਾਹਿਬ ਨੇ ਇਹ ਵੀ ਗੱਲ ਕਹੀ। ਫਿਰ ਗਵਰਨਰ ਸਾਹਿਬ ਨੂੰ ਜਿਹੜਾ ਹੈਗਾ ਯੂਨੀਵਰਸਿਟੀਆਂ ਬਾਰੇ ਪੁੱਛਿਆ ਕਿ ਤੁਹਾਨੂੰ ਜਿਹੜਾ ਹੈਗਾ ਜੀ, ਹੁਣ ਤਾਂ ਤੁਸੀਂ ਚਾਂਸਲਰ ਨਹੀਂ ਰਹੇ, ਜੀ। ਕਾਨੂੰਨ ਬਣਾਤਾ ਇਹਨਾਂ ਨੇ। ਉਹ ਕਹਿੰਦੇ ਕੋਈ ਗੱਲ ਨਹੀਂ, ਬਣਾ ਦੇਣ। ਮੈਂ ਚਾਂਸਲਰ ਰਵਾਂ ਜਾਂ ਨਾ ਰਵਾਂ, ਮੇਰਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੀ ਮੁੱਖ ਮੰਤਰੀ ਜੀ ਚਾਂਸਲਰ ਬਣ ਲੈਣ। ਪਰ ਉਹ ਕਹਿੰਦੇ ਮੁੱਖ ਮੰਤਰੀ ਜੀ ਭੁੱਲਦੇ ਹੈ। ਜੀ ਮੁੱਖ ਮੰਤਰੀ ਜੀ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਨੇ, ਕਹਿੰਦੇ ਮੈਂ ਉਹਦਾ ਪ੍ਰਿੰਸੀਪਲ ਰਿਹਾ। ਜੀ ਪਤਾ ਮੈਨੂੰ ਵੀ ਸਾਰਾ ਕੁਛ ਹੈ। ਮੇਰੀ ਉਮਰ ਕਹਿੰਦੇ ਇਸੇ ਕੰਮ 'ਚ ਹੀ ਬੀਤੀ ਹੈ। ਮੈਂ ਬਹੁਤ ਲੰਬੇ ਸਮੇਂ ਤੋਂ ਪੋਲੀਟਿਕਸ ਦੇ ਨਾਲ ਜੁੜਿਆ ਹੋਇਆ। ਜੀ ਪਾਰਲੀਮੈਂਟ ਦੇ ਮੈਂਬਰ ਦੀ ਵੀ ਗੱਲ ਕੀਤੀ ਕਿ ਮੈਂ ਕਈ ਵਾਰੀ ਪਾਰਲੀਮੈਂਟ ਦਾ ਮੈਂਬਰ ਵੀ ਰਿਹਾ, ਸ਼ਾਇਦ 3 ਵਾਰੀ ਉਹ ਪਾਰਲੀਮੈਂਟ ਦੇ ਮੈਂਬਰ ਵੀ ਰਹੇ। ਜੀ ਇਹ ਸਾਰੀਆਂ ਗੱਲਾਂ ਉਹਨਾਂ ਨੇ ਫਿਰ ਕੀਤੀਆਂ। ਅਗਲੀ ਗੱਲ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਜਿਹੜੇ ਇਹ ਬਿੱਲ ਆਏ ਹੈ, ਜੀ ਬਿੱਲਾਂ ਬਾਰੇ ਕੀ ਕਰੋਗੇ? ਕਹਿੰਦੇ ਵੀ ਮੈਨੂੰ ਸੰਵਿਧਾਨ ਮੁਤਾਬਕ ਕੰਮ ਕਰਨ ਲਈ ਮੈਂ ਪਾਬੰਦ ਹਾਂ। ਜੀ ਬਿੱਲ ਮੇਰੇ ਕੋਲੇ ਆਉਣਗੇ, ਮੈਂ ਕੱਲੇ ਬਿੱਲ ਨੂੰ ਪਰਖੂੰਗਾ, ਜੀ ਜਾਂਚੂੰਗਾ ਵੀ ਕੀ ਉਹ ਕਾਨੂੰਨ ਦੇ ਮੁਤਾਬਕ ਸਹੀ ਹੈ। ਜੇ ਤਾਂ ਕਾਨੂੰਨ ਦੇ ਮੁਤਾਬਕ ਬਿੱਲ ਹੋਇਆ ਕੋਈ ਸਹੀ ਤਾਂ ਮੈਂ ਨਾਲ ਦੀ ਨਾਲ ਹੀ ਉਹਤੇ ਸਹੀ ਪਾ ਦੂੰਗਾ ਜੀ, ਪਾਸ। ਜੀ ਜੇ ਕਾਨੂੰਨ ਦੇ ਮੁਤਾਬਕ, ਵਿਧਾਨ ਦੇ ਮੁਤਾਬਕ ਉਹ ਉਹਨਾਂ ਦਾ ਸਹੀ ਨਹੀਂ, ਜੀ ਤਾਂ ਫਿਰ ਮੇਰੀ ਸਹੀ ਨਹੀਂ ਪਊ, ਫਿਰ ਮੈਂ ਸਹੀ ਨਹੀਂ ਪਾਊਂਗਾ। ਜੀ ਇਹ ਗੱਲਾਂ ਕਹੀਆਂ। ਹੁਣ ਇਹਦੇ ਨਾਲ ਦਲਵੀਰ ਜੀ ਜਿਹੜੀਆਂ ਗਵਰਨਰ ਸਾਹਿਬ ਨੇ ਕਹਿਤੀਆਂ, ਮੁੱਖ ਮੰਤਰੀ ਤੇ ਗਵਰਨਰ ਦਾ ਜਿਹੜਾ ਟਕਰਾਅ ਹੈ, ਜੀ ਇਹ ਟਕਰਾਅ ਜਿਹੜਾ ਹੈ ਨਾ, ਇਹ ਬਹੁਤ ਜਿਹੜਾ ਹੈਗਾ ਮੁਸ਼ਕਿਲ ਹੈ, ਮੁਸ਼ਕਿਲ ਵਾਲੇ ਫਸਲੇ ਹੈ। ਜੀ। ਇਹਦੇ ਨਾਲ ਇੱਕ ਗੱਲ ਹੋਰ ਉਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਸੀ ਸਾਡੇ ਦੇਸ਼ 'ਤੇ, ਸਾਡੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵਿਧਾਨ ਸਭਾ 'ਚ ਜੀ ਉਹਨਾਂ ਨੇ ਕਿਹਾ ਸੀ ਕਿ ਗਵਰਨਰ ਸਾਡੇ ਹੈ। ਜੀ ਸਾਡੇ ਗਵਰਨਰ ਸਾਹਿਬ ਕਹਿੰਦੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਵਕਾਲਤ ਕਰਦੇ ਆ ਹਰਿਆਣੇ ਦੀ। ਜੀ ਕਹਿੰਦੇ ਵੀ ਮੈਂ ਇੱਥੇ ਮੀਟਿੰਗ ਬੁਲਾਈ ਤੇ ਉਸ ਮੀਟਿੰਗ ਦੇ ਵਿੱਚ ਇਹ ਕਹਿਣ ਵੀ ਜੀ ਕੋਈ ਗੱਲ ਨਹੀਂ, ਤੁਸੀਂ ਇਹਨਾਂ ਦੇ ਜਿਹੜੇ ਕੁਝ ਕਾਲਜ ਹੈਗੇ ਆ ਉਹਨਾਂ ਨੂੰ ਐਫੀਲੀਏਟ ਕਰ ਲਓ, ਜੀ। ਇਹ ਪੈਸੇ ਦੇ ਦੇਣਗੇ। ਤੇ ਪੈਸੇ ਤਾਂ ਕਹਿੰਦੇ ਸਾਡੇ ਕੋਲ ਹੈਗੇ। ਜੀ ਗਵਰਨਰ ਕਹਿੰਦਾ ਵੀ ਨਹੀਂ, ਗੱਲ ਇਹ ਨਹੀਂ। ਜੀ ਮੇਰੀ ਡਿਊਟੀ ਦੇਸ਼ ਦੇ ਗ੍ਰਹਿ ਮੰਤਰੀ ਨੇ ਲਾਈ ਸੀ। ਜੀ ਇਹ ਦੇਸ਼ ਦੇ ਗ੍ਰਹਿ ਮੰਤਰੀ ਨੇ ਲਾਈ ਸੀ। ਜੈਪੁਰ ਦੇ ਵਿੱਚ ਇੱਕ ਇਹਨਾਂ ਦਾ ਇਕੱਤਰਤਾ ਹੋਈ ਸੀ, ਜੀ। ਇਕੱਠ ਹੋਇਆ ਸੀ, ਜੀ ਜਿਹਦੇ ਵਿੱਚ ਉੱਤਰੀ ਰਾਜਾਂ ਦੇ ਕਾਫੀ ਸਾਰੇ ਲੋਕ ਗਏ ਹੋਏ ਸੀ। ਉਹਦੇ ਵਿੱਚ ਕਹਿੰਦੇ ਵੀ ਪੰਜਾਬ ਵੱਲੋਂ ਵੀ ਗਿਆ ਸੀ, ਪੰਜਾਬ ਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ। ਜੀ ਉੱਥੇ ਹਰਿਆਣੇ ਵਾਲਿਆਂ ਨੇ ਵੀ ਗੱਲ ਕੀਤੀ, ਯੂਨੀਵਰਸਿਟੀ ਦੀ ਵੀ ਗੱਲ ਆਈ ਵੀ ਯੂਨੀਵਰਸਿਟੀ ਦੇ ਕੋਲ ਪੈਸੇ ਨਹੀਂ, ਜੀ ਆਰਥਿਕ ਸੰਕਟ ਖੜਾ ਹੋਇਆ ਹੈ, ਜੀ ਇਹਦਾ ਕੀ ਕੀਤਾ ਜਾਵੇ। ਹਰਿਆਣੇ ਵਾਲੇ ਕਹਿੰਦੇ ਜੀ ਅਸੀਂ ਤਿਆਰ ਹਾਂ, ਅਸੀਂ ਪੇਮੈਂਟ ਦੇਣ ਨੂੰ ਤਿਆਰ ਹਾਂ। ਵੈਸੇ ਜਿਹੜੀ ਹੈਗੀ 60% ਜਿਹੜਾ ਹੈਗਾ ਜੀ ਉਹ ਦਿੰਦੇ ਹੈ ਕੇਂਦਰ ਵਾਲੇ UT ਦੇ ਰਾਹੀਂ, ਤੇ 20% ਪੰਜਾਬ ਤੇ ਹਰਿਆਣੇ ਦਾ ਹਿੱਸਾ ਹੈ। ਜੀ ਕਹਿੰਦੇ ਜੀ ਅਸੀਂ ਦੇਣ ਨੂੰ ਤਿਆਰ ਹਾਂ, ਅਸੀਂ ਪੈਸੇ ਦੇ ਦਿੰਦੇ ਹਾਂ ਤੇ ਸਾਡੇ ਕਾਲਜਾਂ ਨੂੰ ਐਫੀਲੀਏਟ ਕਰ ਲਓ। ਜੀ ਗ੍ਰਹਿ ਮੰਤਰੀ ਨੇ ਕਹਿੰਦਾ ਗਵਰਨਰ ਸਾਹਿਬ ਤੁਸੀਂ ਇਹ ਦੇਖ ਲਓ। ਜੀ ਉਹ ਕਹਿੰਦੇ ਜੀ ਮੀਟਿੰਗ ਹੋਈ, ਮੈਂ ਮੀਟਿੰਗ ਜਾਂਦਾ ਰਿਹਾ, ਗੱਲ ਕਹੀ ਮੈਂ 7 ਗੱਲ ਕਹੀ, ਇਹ ਤੋਂ ਬਾਅਦ ਕੁਛ ਵੀ ਨਹੀਂ। ਜੀ ਇਹਦੇ 'ਚ ਕਹਿੰਦੇ ਐਡੀ ਕਿਹੜੀ ਗੱਲ ਹੈ ਜਿਹੜੀ ਮੈਨੂੰ ਉਹ ਕਹੀ ਜਾਂਦੇ। ਫਿਰ ਉਹਨਾਂ ਨੇ ਦਿੱਤਾ ਜਿਹੜਾ ਹੈਗਾ ਅੰਕੜਾ ਦਿੱਤਾ ਹੈ। ਜੀ ਉਹ ਕਹਿੰਦੇ ਵੀ 400 ਤੇ ਜਿਹੜਾ ਟੋਟਲ ਜਿਹੜਾ ਹੈਗਾ 696 ਕਰੋੜ ਰੁਪਈਆ ਜੀ ਪੰਜਾਬ ਸਰਕਾਰ ਵੱਲ ਪੰਜਾਬ ਯੂਨੀਵਰਸਿਟੀ ਨੂੰ ਦੇਣਾ ਬਣਦਾ, ਬਕਾਇਆ ਪਿਆ। ਜੀ ਲੇਕਿਨ ਪੰਜਾਬ ਸਰਕਾਰ ਨੇ ਹੁਣ ਤੱਕ ਦਿੱਤਾ ਕਿੰਨਾ, 203 ਕਰੋੜ ਰੁਪਈਆ। ਜੀ 403 ਕਰੋੜ ਰੁਪਈਆ ਤਾਂ ਹਾਲੇ ਵੀ ਕਹਿੰਦੇ ਸਿਰ ਖੜਾ ਹੈ। ਜੀ ਇਹ ਕਹਿੰਦੇ ਸਾਡੇ ਕੋਲ ਪੈਸੇ ਹੈਗੇ। ਜੀ
ਜੇ ਪੈਸੇ ਹੈਗੇ ਤਾਂ ਪੈਸਾ ਖੜਾ ਕਿਉਂ ਹੈ? ਜੀ ਉਹਨਾਂ ਨੇ ਇਹ ਸਵਾਲ ਉਠਾਤਾ। ਬੜਾ ਵਜਨਦਾਰ ਸਵਾਲ ਹੈ ਇਹ। ਜੀ ਨਹੀਂ ਠੀਕ ਹੈ, ਫਿਰ ਆਪਾਂ ਨਹੀਂ ਇਹ ਕਹਿੰਦੇ ਕਿ ਹਰਿਆਣੇ ਨੂੰ ਦੇ ਦਿਓ, ਪਰ ਫਿਰ ਵੀ ਕਹਿੰਦੇ ਜੀ ਮੇਰੇ ਕੋਲੇ ਲੋਕ ਆਉਂਦੇ ਤੇ ਮੈਨੂੰ ਆਪਦੀਆਂ ਸ਼ਿਕਾਇਤਾਂ ਦਿੰਦੇ, ਮੈਂ ਚਿੱਠੀ ਪਾ ਦੇਣਾ, ਤੇ ਚਿੱਠੀ ਦਾ ਕਹਿੰਦੇ ਜੀ ਮੈਨੂੰ ਇਹ ਜਵਾਬ ਹੀ ਨਹੀਂ ਦਿੰਦੇ, ਜੀ। ਜਿਹੜਾ ਕਿ ਆਰਟੀਕਲ 167 ਦੇ ਮੁਤਾਬਕ ਇਹਨਾਂ ਨੂੰ ਜਿਹੜਾ ਹੈਗਾ ਸੁਣਨਾ ਚਾਹੀਦਾ ਹੈ। ਜੀ ਅਗਲੀ ਗੱਲ ਉਹ ਕਹਿੰਦੇ ਵੀ ਜਿਹੜੇ ਮੰਗਲਵਾਰ ਨੂੰ ਮਤਿਆਂ ਦਾ ਇਹਨਾਂ ਨੇ ਪਾਸ ਕੀਤਾ ਹੈ, ਇਹਨਾਂ ਮਤਿਆਂ ਨੂੰ ਦੇਖਾਂਗੇ, ਜੇ ਕੋਈ ਮਤਾ ਨਾ ਪਾਸ ਕਰਨ ਯੋਗ ਹੋਊਗਾ ਤਾਂ ਮੈਂ ਵਾਪਸ ਭੇਜ ਦੂੰਗਾ। ਜੀ ਸੋ ਲੜਾਈ ਜਾਰੀ ਹੈ, ਦੇਖਦੇ ਹਾਂ ਅੱਗੇ ਹੋਰ ਕੀ ਹੁੰਦਾ ਹੈ। ਜੀ ਇਸੇ ਲੜਾਈ ਤੋਂ ਬਾਅਦ ਵਿਜੀਲੈਂਸ ਜਿਹੜੀ ਹੈਗੀ ਆ ਫੇਰ ਹਰਕਤ ਚਾਹੀ ਹੈ ਜੀ। ਬਾਗਬਾਨੀ ਵਿਭਾਗ ਦੀ ਕੋਈ ਵਿਕਾਸ ਅਫਸਰ ਆ ਜੀ। ਇਹ ਜਿਹੜਾ ਬਾਗਬਾਨੀ ਵਿਭਾਗ ਹੈ ਨਾ ਜੀ, ਅਸਲ ਦੇ ਵਿੱਚ ਕੀ ਹੋਇਆ ਕਿ ਮੋਹਾਲੀ ਜ਼ਿਲ੍ਹੇ ਦੇ ਵਿੱਚ ਇੱਕ ਜ਼ਮੀਨ ਐਕਵਾਇਰ ਕੀਤੀ ਸੀ ਜੀ। ਪੰਜਾਬ ਦਾ ਜਿਹੜਾ ਹੈਗਾ ਮੋਹਾਲੀ ਗ੍ਰੇਟਰ ਮੋਹਾਲੀ ਜਿਹੜੀ ਡਿਵੈਲਪਮੈਂਟ ਅਥਾਰਟੀ ਹੈ, ਜੀ ਗਮਾਡਾ ਕਹਿੰਦੇ ਆ। ਜੀ ਗਮਾਡਾ ਨੇ ਉਹ ਜਿਹੜੀ ਸੀ ਜ਼ਮੀਨ ਐਕਵਾਇਰ ਕੀਤੀ ਸੀ, ਤੇ ਉਹਦੇ ਵਿੱਚ ਉਸ ਜ਼ਮੀਨ ਦੇ ਵਿੱਚ ਬਹੁਤ ਸਾਰੇ ਅਫਸਰਾਂ ਦੀ ਜ਼ਮੀਨ ਵੀ ਹੈਗੀ ਹੈ, ਜੀ ਅਫਸਰਾਂ ਦੇ ਪਰਿਵਾਰਾਂ ਦੀ ਜ਼ਮੀਨ ਵੀ ਹੈਗੀ ਹੈ, ਆਮ ਲੋਕਾਂ ਦੀ ਜ਼ਮੀਨ ਵੀ ਹੋ, ਕਿਉਂਕਿ ਅਫਸਰ ਜਿਹੜੇ ਉਸ ਇਲਾਕੇ 'ਚ ਲੱਗਦੇ ਅਕਸਰ ਜ਼ਮੀਨ ਖਰੀਦ ਲੈਂਦੇ। ਜੀ ਤਾਂ ਉਹਦੇ 'ਚ ਹੋਇਆ ਕੀ ਕਿ ਜਿਹੜੀ ਜ਼ਮੀਨ ਦੇ ਵਿੱਚ ਦਰਖਤ ਲੱਗੇ ਹੁੰਦੇ ਆ ਜਾਂ ਜਿਹੜੀ ਫਸਲ ਹੁੰਦੀ ਹੈ, ਉਹਦਾ ਮੁਆਵਜ਼ਾ ਵੀ ਦੇਣਾ ਹੁੰਦਾ ਹੈ। ਜੀ ਤਾਂ ਉੱਥੇ ਮੁਆਵਜ਼ਾ ਹੁਣ ਕਿਸ ਚੀਜ਼ ਦਾ ਵੱਧ ਮਿਲ ਸਕਦਾ ਹੈ? ਆਮ ਤੌਰ 'ਤੇ ਜੇ ਆਪਾਂ ਦੇਖੀਏ, ਕਹਿੰਦੇ ਸਭ ਤੋਂ ਵੱਧ ਜਿਹੜਾ ਨਾ ਸਭ ਤੋਂ ਛੇਤੀ ਦਰਖਤ ਜਿਹੜਾ ਹੁੰਦਾ ਹੈ ਉਹ ਅਮਰੂਦਾਂ ਦਾ ਹੋ ਜਾਂਦਾ ਹੈ। ਜੀ ਇੱਕ ਕਿੱਲੇ ਦੇ ਵਿੱਚ ਅਮਰੂਦ ਲੱਗਣੇ ਚਾਹੀਦੇ ਹੈ 250 225 ਤੋਂ ਲੈ ਕੇ 230 ਤੱਕ। ਜੀ ਅਫਸਰਾਂ ਨੇ ਹੁਣ ਕਿਉਂਕਿ ਮੁਆਵਜ਼ਾ ਲੈਣਾ ਸੀ, ਜੀ ਉਹਦਾ ਮੁਆਵਜ਼ਾ ਕਾਫੀ ਮਿਲਦਾ ਪਰ ਨਗ, ਉਹਨਾਂ ਨੇ ਜੀ ਕਹਿੰਦੇ ਨਾਲ ਦੀ ਨਾਲ ਭਜਾਤੀਆਂ ਗੱਡੀਆਂ ਵੀ ਚਲੋ ਜੀ ਦੇਹਰਾਦੂਨ ਨੂੰ, ਜੀ ਤੇ ਦੇਹਰਾਦੂਨ ਵਾਲੇ ਪਾਸੇ ਜਾਓ, ਲਖਨਊ ਵਾਲੇ ਪਾਸੇ ਜਾਓ, ਲਿਆਓ ਦਵਾ ਦਵਾ ਅਮਰੂਦਾਂ ਦੇ ਬੂਟੇ। ਜੀ ਇੱਕ ਕਿੱਲੇ ਦੇ ਵਿੱਚ ਜੀ, ਕਿੱਲੇ ਦੇ ਹਿਸਾਬ ਨੂੰ ਲਾਈਏ ਆਪਾਂ ਤਾਂ 2-2000 ਗੱਟ ਤੇ ਜੀ 2-2000 ਗੱਟ ਤੇ 2-2000 ਗੱਟਣ ਤੋਂ ਬਾਅਦ ਕਹਿੰਦੇ ਠੀਕ ਹੈ ਜੀ ਮੁਆਵਜ਼ਾ ਦੇ ਦਿਓ, ਤੇ ਅਫਸਰਾਂ ਤੋਂ ਪਵਾ ਕੇ ਮੁਆਵਜ਼ਾ ਬਾਗਬਾਨੀ ਵਾਲਿਆਂ ਤੋਂ ਵੀ ਲੈ ਲਈਆਂ, ਰਿਪੋਰਟਾਂ ਦਿੱਤੀਆਂ ਵੀ ਆਹ ਲਓ ਜੀ ਆ। ਕੁਛ ਤਾਂ ਅਫਸਰ ਸੀ, ਜੀ ਅਫਸਰਾਂ ਦਾ ਚਲੋ ਖੈਰ ਮੇਰੇ ਖਿਆਲ ਵੀ ਉਹਨਾਂ ਨੇ ਬਗੈਰ ਕੁਛ ਲੈ ਦਿੱਤੇ ਤੋਂ ਕਰਤਾ ਹੋਣਾ। ਫਿਰ ਕੁਛ ਪ੍ਰਾਈਵੇਟ ਬੰਦੇ ਸੀ, ਜੀ ਪ੍ਰਾਈਵੇਟ ਬੰਦਿਆਂ ਨੇ ਵੀ ਲਾ ਮਨਾ ਦੀਆਂ ਭੋਲਾ, ਜੀ ਉਹਦੇ ਵਿੱਚ ਬਠਿੰਡੇ ਦੇ ਬੰਦੇ ਵੀ ਹੈਗੇ ਹੈ। ਜੀ ਤੇ ਬਠਿੰਡੇ ਦੇ ਬੰਦਿਆਂ ਦੀਆਂ ਨੇ ਜ਼ਮੀਨਾਂ ਜਿਹੜੀਆਂ ਉਹ ਆਪਣੀਆਂ ਘਰਾਂ ਵਾਲੀਆਂ ਦੇ ਨਾਂ ਲਈਆਂ ਸੀ, ਜੀ ਉਹ ਬੀਬੀਆਂ ਵੀ ਜੇਲ੍ਹ 'ਚ ਚਲੀਆਂ ਗਈਆਂ ਸੀ, ਸ਼ਾਇਦ ਹੁਣ ਪਤਾ ਨਹੀਂ ਜ਼ਮਾਨਤ ਹੋਊਗੀ ਕਿ ਨਹੀਂ ਹੋਊਗੀ। ਜੀ 1-2 IAS ਅਫਸਰ ਹੈ ਜਿਨ੍ਹਾਂ ਦੀਆਂ ਵੀਵੀਆਂ ਦੇ ਨਾਮ ਬੋਲਦੇ ਹੈ, ਜੀ ਪਰ ਬਾਕੀਆਂ ਦੀ ਫੜਾਈ ਹੋ ਗਈ, ਅਜੇ ਤੱਕ IAS ਅਫਸਰਾਂ ਨੂੰ ਹੱਥ ਨਹੀਂ ਪਿਆ। ਜੀ ਇਹ ਜਿਹੜੀ ਬੀਬੀ ਦੀ ਆਪਾਂ ਗੱਲ ਕਰਦੇ ਹਾਂ, ਇਹਦਾ ਨਾਂ ਹੈ ਵੈਸ਼ਾਲੀ। ਜੀ ਵੈਸ਼ਾਲੀ ਨਾਂ ਤੋਂ ਹੀ ਪਤਾ ਲੱਗਦਾ ਕਿ ਬੀਬੀ ਚੰਗੀ ਪੜ੍ਹੀ ਲਿਖੀ ਹੈ ਜੀ ਔਰ ਚੰਗੇ ਪਰਿਵਾਰ 'ਚੋਂ ਆਉਂਦੀ ਹੋਣੀ ਹੈ। ਤੇ ਇਹ ਜਿਹੜੀ ਹੈਗੀ ਹੈ ਬਾਗਬਾਨੀ ਦੀ ਵਿਕਾਸ ਅਫਸਰ ਹੈ ਤੇ ਖਰੜ ਲੱਗੀ ਹੋਈ ਹੈ। ਜੀ ਜ਼ਮੀਨ ਐਕਵਾਇਰ ਕਰਨ ਵੇਲੇ ਜਿਹੜੇ ਕਹਿੰਦੇ ਵੀ ਉਹ ਪ੍ਰੋਜੈਕਟ ਦੇ ਲਈ ਜਿਹੜੀ ਜ਼ਮੀਨ ਐਕਵਾਇਰ ਕੀਤੀ ਸੀ, ਉਹਦੇ ਵਿੱਚ ਕਹਿੰਦੇ ਵੀ ਇਹਦੀਆਂ ਰਿਪੋਰਟਾਂ ਵਗੈਰਾ ਵੀ ਹੋ ਗਈਆਂ। ਜੀ ਇਹਦੀ ਗ੍ਰਿਫਤਾਰੀ ਨਹੀਂ ਸੀ ਹੋਈ, ਬਾਕੀ ਕਈਆਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਸੀ। ਜੀ ਕੱਲ੍ਹ ਜੀ ਫਿਰ ਇਹਨੂੰ ਵੀ ਗ੍ਰਿਫਤਾਰ ਕਰ ਲਿਆ ਉਹਨਾਂ ਨੇ। ਜੀ ਹੁਣ ਬੀਬੀ ਵੀ ਕੁਛ ਦਿਨ ਤੱਕ ਜੇਲ੍ਹ ਦੀ ਦਾਲ ਪੀਊਗੀ, ਜੀ ਕਿਉਂਕਿ ਮੇਰਾ ਖਿਆਲ ਹੈ ਵੀ ਬਾਗਬਾਨੀ ਵਾਲਿਆਂ ਦੀ ਜਿਹੜੀ ਹੈਗੀ ਹੈ ਲੌਬੀ ਐਡੀ ਤਕੜੀ ਨਹੀਂ, ਜੀ ਜਿਵੇਂ ਇਹਨਾਂ ਨੇ IAS ਅਫਸਰਾਂ ਦੀ ਲੌਬੀ ਹੈ ਉਹ ਕਾਫੀ ਤਕੜੀ ਹੈ। ਜੀ ਤੁਹਾਡੇ ਯਾਦ ਹੋਣਾ ਇੱਕ ਮੋਹਾਲੀ ਦਾ ਹੋਰ ਕੇਸ ਹੋਇਆ ਸੀ ਜਿਹਦੇ ਵਿੱਚ ਬੜੇ ਵੱਡੇ ਬੰਦੇ ਫਸ ਗਏ ਸੀ, ਉਹਦੇ ਵਿੱਚ ਵੀ ਇੱਕ IAS ਆਫੀਸਰ ਦਾ ਨਾਂ ਆ ਗਿਆ ਸੀ, ਸ਼ਾਇਦ ਉਹ ਮੈਡਮ ਦਾ ਨਾਂ ਨੀਲਮਾ ਸੀ। ਜੀ ਤੇ ਜਦੋਂ ਉਹਨਾਂ ਦਾ ਨਾਂ ਆ ਗਿਆ ਤੇ ਨਾਲ ਹੀ ਸਾਰੀ IAS ਲੌਬੀ ਇਕੱਠੀ ਹੋ ਗਈ। ਜੀ ਸਾਰੇ ਕਹਿੰਦੇ ਇਸ ਤਾਂ ਕੰਮ ਹੀ ਨਹੀਂ ਕਰਦੇ। ਜੀ ਫਿਰ ਵਿੱਚ ਦੀ ਸਰਕਾਰ ਨੂੰ ਪੈਣਾ ਪਿਆ, ਵਿਜੀਲੈਂਸ ਵਾਲਿਆਂ ਦੀ ਮਿੰਤਰਲਾ ਕਰਨੀ ਪਈ ਵੀ ਭਾਈ ਤੁਸੀਂ ਠੰਡੇ ਹੋ ਜਾਓ। ਜੀ ਗ੍ਰਿਫਤਾਰੀ ਉਹਦੀ ਵੀ ਨਹੀਂ ਹੋਈ। ਜੀ ਆਮ ਤੌਰ ਤੇ ਇਹ ਹੈ ਵੀ ਜਿਨ੍ਹਾਂ ਨੇ ਸ਼ਾਸਨ ਚਲਾਉਣਾ ਤੇ ਜੇ ਉਹ ਬੇਈਮਾਨ ਹੋ ਜਾਣ, ਜੀ ਤੇ ਜੇ ਪ੍ਰਸ਼ਾਸਨ ਚਲਾਉਣ ਵਾਲੇ ਬੰਦੇ ਜਿਨ੍ਹਾਂ ਨੇ ਪ੍ਰਸ਼ਾਸਨ ਦੀਆਂ ਜਿਹੜੀਆਂ ਲੱਤਾਂ ਬਾਹਾਂ ਹੈ, ਵਾੜ ਖੇਤ ਨੂੰ ਫਿਰ ਜੇ ਉਹ ਖਾ ਜੇ ਤਾਂ ਫਿਰ ਗੱਲ ਗੜਬੜ ਹੁੰਦੀ ਹੈ। ਜੀ ਸੋ ਜੇ ਉਹ ਖਾਈ ਜਾਂਦੇ ਤਾਂ ਫਿਰ ਬਾਗਬਾਨੀ ਵਾਲੇ ਕਹਿੰਦੇ ਵੀ ਸਾਡੇ ਵੀ ਬਾਗ ਲੱਗ ਜਾਣ। ਜੀ ਮਾੜੇ ਮੋਟੇ ਬਾਗ ਹੋ, ਚਲੋ ਉਹ ਵੀ ਨਹੀਂ ਖੇਤਾਂ 'ਚ ਨਹੀਂ ਲਾਉਂਦੇ, ਉਹ ਆਪਦੇ ਘਰਾਂ 'ਚੋਂ ਕਿੰਡਰਗਾਰਟਨ ਜੇ ਬਣਾ ਲੈਂਦੇ, ਛੋਟੇ ਬਾਗ ਲਾ ਲੈਂਦੇ। ਮੇਰੇ ਖਿਆਲ ਬੀਬੀ ਨੇ ਵੀ ਬਾਗ ਲਾਇਆ ਹੋਊਗਾ ਤੇ ਇਸੇ ਕਰਕੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਜੀ। ਦੂਜੀ ਵਿਰੋਧੀ ਧਿਰਾਂ ਦੀ ਮੀਟਿੰਗ ਹੋਈ ਹੈ ਜੀ ਕਹਿੰਦੇ, ਤੇ ਸਭ ਤੋਂ ਪਹਿਲਾਂ ਦਿੱਲੀ ਦੇ ਆਰਡੀਨੈਂਸ ਨੂੰ ਵਿਚਾਰਿਆ ਜਾਵੇ, ਕੇਜਰੀਵਾਲ ਦਾ ਕਹਿਣਾ ਜੀ। ਨਹੀਂ ਜੀ ਹੋਈ ਨਹੀਂ, ਜੇ ਕੱਲ੍ਹ ਨੂੰ ਹੋਣੀ ਹੈ। ਜੀ ਕੱਲ੍ਹ ਨੂੰ ਮੀਟਿੰਗ ਹੋਣੀ ਹੈ। ਜੀ ਮੀਟਿੰਗ ਹੋਣੀ ਹੈ ਪਟਨੇ। ਜੀ ਪਟਨੇ ਮੀਟਿੰਗ ਬੁਲਾਈ ਹੈ ਨਤੀਸ਼ ਕੁਮਾਰ ਹੋਰਾਂ ਨੇ। ਜੀ ਨਤੀਸ਼ ਕੁਮਾਰ ਤੁਹਾਨੂੰ ਪਤਾ ਉੱਥੋਂ ਦੇ ਮੁੱਖ ਮੰਤਰੀ ਹੈ ਬਿਹਾਰ ਦੇ। ਜੀ ਔਰ ਨਤੀਸ਼ ਕੁਮਾਰ ਹੋਰੀ ਬਹੁਤ ਪੁਰਾਣੇ ਰਾਜਨੀਤਿਕ ਵਿਅਕਤੀ ਹੈ, ਜੀ
ਜੈ ਪ੍ਰਕਾਸ਼ ਨਾਰਾਇਣ ਦੇ ਅੰਦੋਲਨ ਦੀ ਇਹ ਪੈਦਾਵਾਰ ਹੈ। ਐਮਰਜੈਂਸੀ ਦੇ ਖਿਲਾਫ ਜਿਹੜਾ ਅੰਦੋਲਨ ਲੱਗਿਆ ਸੀ ਉਹਦੇ ਵਿੱਚੋਂ ਇਹ ਆਏ ਸੀ। ਮਤਲਬ ਐਜੂਕੇਸ਼ਨ ਦੇ ਲਿਹਾਜ਼ ਨਾਲ ਦੇਖੀਏ ਤਾਂ ਉਹ ਇੰਜੀਨੀਅਰ ਹੈ ਜੀ, ਪਰ ਉਹ ਰਾਜਨੀਤੀ ਦੇ ਵੀ ਇੰਜੀਨੀਅਰ ਹੈ ਜੀ, ਕਦੇ ਵੀ ਉਹ ਥਾਂ ਟਿਕ ਕੇ ਨਹੀਂ ਰਹੇ ਜੀ, ਕਿਸੇ ਵੇਲੇ ਉਹ ਅੰਨੇ ਕਾਂਗਰਸ ਵਿਰੋਧ ਦੇ ਵਿੱਚ ਜਨਤਾ ਪਾਰਟੀ ਨਾਲ ਚਲੇ ਗਏ ਸੀ। ਚਲੋ ਜਨਤਾ ਪਾਰਟੀ ਦੇ ਵਿੱਚ ਤਾਂ ਸੋਸ਼ਲਿਸਟ ਵੀ ਸੀਗੇ, ਕਾਂਗਰਸੀ ਵੀ ਸੀਗੇ। ਭਾਰਤੀ ਜਨਤਾ ਪਾਰਟੀ ਦਾ ਤਾਂ ਅੱਜ ਵਾਲਾ ਰੂਪ ਤਾਂ ਉਦੋਂ ਹੈ ਨਹੀਂ ਸੀ। ਜੀ, ਉਦੋਂ ਜਨ ਸੰਘ ਹੁੰਦੀ ਸੀ, ਉਹ ਵੀ ਸੀ, ਥੋੜ੍ਹੇ ਜਿਹੇ ਕਾਮਰੇਡ ਵੀ ਸੀ, ਉਹ ਵੀ ਸੀਗੇ, ਸਾਰੇ ਸੀ। ਜੀ, ਇਹ ਉਹਨਾਂ ਨਾਲ ਚਲੇ ਗਏ। ਫਿਰ ਜਿਹੜੀ ਹੈਗੀ ਹੈ ਜਨਤਾ ਪਾਰਟੀ 'ਚ ਫੁੱਟ ਪੈ ਗਈ, ਇੱਕ ਨਵੀਂ ਪਾਰਟੀ ਬਣ ਗਈ। ਜਨਤਾ ਪਾਰਟੀ ਦੇ ਵਿੱਚੋਂ ਬਾਹਰ ਨਿਕਲ ਕੇ ਜਨ ਸੰਘ ਵਾਲਿਆਂ ਨੇ ਆਪਦੀ ਭਾਰਤੀ ਜਨਤਾ ਪਾਰਟੀ ਬਣਾ ਲਈ, ਉਹ ਜਨਤਾ ਪਾਰਟੀ ਰਹਿ ਗਈ। ਜੀ, ਫਿਰ NDA ਬਣਾ ਲਿਆ BJP ਦੀ ਅਗਵਾਈ ਦੇ ਵਿੱਚ, ਔਰ NDA ਦੇ ਲੀਡਰਾਂ ਦੇ ਰੂਪ ਦੇ ਵਿੱਚ ਜਿਹੜੇ ਉੱਭਰੇ ਉਹ ਸੀ ਜਾਰਜ ਫਰਨਾਂਡਸ, ਕਨਵੀਨਰ ਉਹ ਹੁੰਦੇ ਸੀ। ਜੀ, ਲੇਕਿਨ ਅਸਲ ਸੂਤਰਧਾਰ ਜਿਹੜੇ ਸੀ NDA ਦੇ ਉਹ ਸੀ ਅਟਲ ਬਿਹਾਰੀ ਵਾਜਪਾਈ। ਜੀ, ਇਹ ਫਿਰ ਉਹਨਾਂ ਦੀ ਵਜ਼ਾਰਤ ਦੇ ਵਿੱਚ ਵੀ ਰਹੇ ਹੈ। ਜੀ, ਫਿਰ ਇਹ ਵਿਰੋਧ ਦੇ ਵਿੱਚ ਵੀ ਆ ਗਏ ਸੀ। ਇਹ ਫਿਰ ਮੁੜ ਕੇ ਤੁਹਾਡੇ ਸਾਂਝੇ ਮੋਰਚੇ ਵਾਲਿਆਂ ਨਾਲ ਚਲੇ ਗਏ ਸੀ। ਜੀ, ਉਹ ਤੋਂ ਬਾਅਦ ਫਿਰ ਇਹ ਬਿਹਾਰ ਦੀ ਪੋਲੀਟਿਕਸ ਦੇ ਵਿੱਚ ਸਰਗਰਮ ਹੋ ਗਏ। ਉੱਥੇ ਇਹਨਾਂ ਨੇ ਸੈਕੂਲਰ ਧਿਰਾਂ ਦੇ ਨਾਲ ਕਾਂਗਰਸ ਪਾਰਟੀ ਤੇ ਰਾਸ਼ਟਰੀ ਜਨਤਾ ਨਾਲ ਮਿਲ ਕੇ ਚੋਣਾਂ ਲੜੀਆਂ, ਜਿੱਤੀਆਂ। ਬਾਅਦ ਦੇ ਵਿੱਚ ਛੱਡ ਕੇ ਫਿਰ BJP ਵਾਲਿਆਂ ਨਾਲ ਚਲੇ ਗਏ ਸੀ। ਫਿਰ BJP ਵਾਲਿਆਂ ਨੂੰ ਛੱਡ ਕੇ ਫਿਰ ਉੱਥੇ ਹੀ ਆ ਗਏ। ਜੀ, ਮਤਲਬ ਘੁੰਮਣ ਘੇਰੀਆਂ ਵਾਹਵਾ ਖਾਂਦੇ ਫਿਰਦੇ ਹੈ। ਜੀ, ਹੁਣ ਜ਼ਿੰਦਗੀ ਦੇ ਜਿਹੜੇ ਹੈਗੇ ਆ ਉਹ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਲਹਿੰਦੇ ਵਾਲੇ ਪਾਸੇ ਨੂੰ ਹੈ। ਜੋ ਜ਼ਿੰਦਗੀ ਬੰਦੇ ਦੀ ਜੀ, ਕੀ ਕਹਿੰਦੇ ਉਹਦੇ ਛਾਂ ਢਲਦੀ ਹੈ, ਜੀ, ਛਾਂ ਢਲ ਰਹੀ ਹੈ। ਹੁਣ ਉਹ ਸੋਚਦੇ ਆ ਵੀ ਇਸ ਵੇਲੇ ਜਿਹੜੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਵਾਲੀ, ਮੋਦੀ ਸਾਹਿਬ ਦੀ, ਜੀ, ਇਹ ਸਰਕਾਰ ਜਿਹੜੀ ਹੈਗੀ ਸਰਕਾਰ ਲੋਕਾਂ ਦੇ ਹਿੱਤ ਵਿੱਚ ਨਹੀਂ। ਜੀ। ਸਰਕਾਰ ਨੂੰ ਬਦਲੀਏ ਤੇ ਆਪਾਂ ਕੁਝ ਕਰੀਏ। ਜੀ, ਸੋ ਇੱਕ ਅਲਟਰਨੇਟਿਵ ਰਾਜਨੀਤੀ ਤਾਂ ਨਹੀਂ ਦਿੱਤੀ, ਇੱਕ ਅਲਟਰਨੇਟਿਵ ਧੜਾ ਦੇਣ ਦੀ ਕੋਸ਼ਿਸ਼ ਕਰ ਰਹੇ ਕਿ ਆਓ ਜੀ ਆਪਾਂ ਸਾਰੇ ਜਿਹੜੇ ਇਕੱਠੇ ਹੋ ਜਾਈਏ। ਜੀ, ਉਹਨਾਂ ਨੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲ ਗੱਲਬਾਤ ਕੀਤੀ ਤੇ ਆਪੋਜੀਸ਼ਨ ਪਾਰਟੀਆਂ ਨੂੰ ਇਕੱਠਿਆਂ ਕਰਨਾ ਸ਼ੁਰੂ ਕਰ ਦਿੱਤਾ। ਜੀ, ਸਭ ਤੋਂ ਪਹਿਲਾਂ ਉਹ ਦਿੱਲੀ ਆਏ ਸੀ। ਦਿੱਲੀ ਆ ਕੇ ਉਹਨਾਂ ਨੇ ਕੀਤੀ ਸੀ ਗੱਲ ਕੇਜਰੀਵਾਲ ਦੇ ਨਾਲ। ਕੇਜਰੀਵਾਲ ਨੇ ਹਾਂ ਭਰਤੀ ਸੀ, ਪਰ ਹੁਣ ਕੇਜਰੀਵਾਲ ਦੀ ਸਰਕਾਰ ਨੂੰ ਕਾਬੂ 'ਚ ਰੱਖਣ ਵਾਸਤੇ ਜੀ, ਜਿਹੜਾ ਇੱਕ ਆਰਡੀਨੈਂਸ ਲੈ ਕੇ ਆਂਦਾ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਦੇ ਕਨਸਟੀਟਿਊਸ਼ਨ ਫੈਸਲੇ ਦੇ ਉਲਟ, ਜੀ, ਉਹ ਮੁੱਦਾ ਜਿਹੜਾ ਹੈਗਾ ਇਸ ਵੇਲੇ ਭਖਿਆ ਹੋਇਆ ਹੈ। ਜੀ, ਭਗਵੰਤ ਮਾਨ ਹੋਰਾਂ ਨੂੰ ਨਾਲ ਲੈ ਕੇ ਕੇਜਰੀਵਾਲ ਸਾਹਿਬ ਕਦੇ ਕਿਸੇ ਸੂਬੇ ਜਾਂਦੇ ਆ, ਕਦੇ ਕਿਸੇ ਸੂਬੇ ਜਾਂਦੇ ਆ, ਤੇ ਉਹ ਡਿਮਾਂਡ ਕਰਦੇ ਆ ਵੀ ਲੋਕ ਸਭਾ ਦੇ ਵਿੱਚੋਂ ਤਾਂ ਇਹ ਕਾਨੂੰਨ ਪਾਸ ਹੋ ਹੀ ਜਾਣਾ ਕਿਉਂਕਿ BJP ਕੋਲੇ ਬਹੁਮਤ ਹੈ, ਜੀ, ਪਰ ਰਾਜ ਸਭਾ ਦੇ ਵਿੱਚ ਇਹ ਪਾਸ ਨਹੀਂ ਹੋਣਾ ਚਾਹੀਦਾ। ਤੁਸੀਂ ਮੇਰੀ ਕਰੋ ਭਾਈ ਮਦਦ। ਜੀ, ਤੇ ਬਹੁਤ ਸਾਰੇ ਲੋਕਾਂ ਨੇ ਕਹਿਤਾ ਵੀ ਕੋਈ ਨਹੀਂ, ਮਦਦ ਕਰਾਂਗੇ। ਲੇਕਿਨ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਚਿੱਠੀ ਲਿਖੀ ਸੀ, ਜੀ, ਰਾਹੁਲ ਗਾਂਧੀ ਨੂੰ ਵੀ ਲਿਖੀ ਤੇ ਮੱਲਿਕਾਰਜੁਨ ਖੜਗੇ ਨੂੰ ਵੀ, ਤੁਸੀਂ ਸਾਨੂੰ ਟਾਈਮ ਦਿਓ ਮੀਟਿੰਗ ਵਾਸਤੇ, ਆਪਾਂ ਮੀਟਿੰਗ ਕਰਨੀ ਹੈ। ਜੀ, ਚਿੱਠੀ ਲਿਖੀ ਨੂੰ ਮੇਰੇ ਖਿਆਲ 2 ਮਹੀਨੇ ਹੋ ਗਏ, ਪਰ ਅਜੇ ਤੱਕ ਕਾਂਗਰਸ ਪਾਰਟੀ ਨੇ ਕੋਈ ਹੁੰਗਾਰਾ ਹੀ ਨਹੀਂ ਭਰਿਆ। ਜੀ, ਦੂਜੇ ਪਾਸੇ ਆਪਾਂ ਦੇਖੀਏ ਤੇ ਪੰਜਾਬ ਦੀ ਕਾਂਗਰਸ ਪਾਰਟੀ, ਦਿੱਲੀ ਦੀ ਕਾਂਗਰਸ ਪਾਰਟੀ ਉਹ ਵਿਰੋਧ ਕਰਦੇ ਹੀ। ਉਹ ਕਹਿੰਦੇ ਜੀ ਇਹ ਕੇਜਰੀਵਾਲ ਬੰਦਾ ਬੜਾ ਖਤਰਨਾਕ ਹੈ, ਜੀ, ਇਹ ਆਪਣੀ ਮਦਦ ਲੈ ਕੇ ਤੇ ਮੁੜ ਕੇ ਆਪਣੀਆਂ ਜੜ੍ਹਾਂ ਵੱਢ ਦਿੰਦਾ ਤੇ ਇਹ ਤੋਂ ਬਚ ਕੇ ਰਹੋ। ਜੀ, ਇਹ ਕਹਿੰਦੇ ਵੀ ਕਾਂਗਰਸ ਪਾਰਟੀ ਦੀਆਂ ਕੁਝ ਹੋਰ ਜਿਹੜੀਆਂ ਹੈਗੀਆਂ ਸੂਬਾ ਇਕਾਈਆਂ ਜਿਵੇਂ ਹਿਮਾਚਲ ਪ੍ਰਦੇਸ਼ ਤੇ ਕਰਨਾਟਕ, ਆਪਣੇ ਗੁਜਰਾਤ ਵਾਲੇ ਵੀ ਵਿਰੋਧ ਕਰਦੇ ਆ। ਜੀ, ਇਹੀ ਕਾਰਨ ਹੈ ਕਿ ਰਾਹੁਲ ਗਾਂਧੀ ਨੇ ਤੇ ਮੱਲਿਕਾਰਜੁਨ ਖੜਗੇ ਨੇ ਹਾਲੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ। ਜੀ, ਕੱਲ੍ਹ ਨੂੰ ਹੁਣ ਉਹ ਸਾਰੀਆਂ ਜਿਹੜੀਆਂ ਪਾਰਟੀਆਂ ਉਹਨਾਂ ਦੀ ਮੀਟਿੰਗ ਹੈ। ਜੀ, ਪਹਿਲਾਂ ਪਰਸੋਂ ਇਹਨਾਂ ਦਾ ਇੱਕ ਲੈਟਰ ਮੇਰੀ ਨਿਗਾਹ 'ਚ ਆਇਆ ਸੀ, ਜਿਹੜਾ ਇਹਨਾਂ ਨੇ ਕਿਹਾ ਸੀ, ਮੰਗ ਕੀਤੀ ਸੀ ਕਿ ਵਿਰੋਧੀ ਧਿਰਾਂ ਕਾਂਗਰਸ ਨੂੰ ਕਹਿਣ ਕਿ ਆਰਡੀਨੈਂਸ ਬਾਰੇ ਉਹਦਾ ਸਟੈਂਡ ਕੀ ਹੈ, ਜੀ, ਉਹ ਆਪਣੀ ਪੋਜੀਸ਼ਨ ਸਪਸ਼ਟ ਕਰੇ। ਜੀ, ਉਹਦੀ ਅਜੇ ਸਿਆਹੀ ਨਹੀਂ ਸੁੱਕੀ ਸੀ ਖਬਰ ਦੀ, ਜੀ, ਤੇ ਅੱਜ ਫਿਰ ਹੋਰ ਖਬਰ ਛਪੀ ਪਈ ਅਖਬਾਰਾਂ 'ਚ। ਜੀ, ਕਹਿੰਦੇ ਜੀ ਨਹੀਂ, ਇਹ ਨਹੀਂ, ਕੱਲ੍ਹ ਨੂੰ ਜਿਹੜੀ ਮੀਟਿੰਗ ਹੋਣੀ ਹੈ, ਜਿਹੜਾ ਉਹਦਾ ਏਜੰਡਾ ਹੈ, ਜੀ, ਉਹ ਏਜੰਡੇ ਦੇ ਉੱਤੇ ਨੰਬਰ 1 ਏਜੰਡਾ ਕਹਿੰਦੇ ਦਿੱਲੀ ਵਾਲਾ ਹੋਣਾ ਚਾਹੀਦਾ ਹੈ ਜੀ, ਕਿ ਦਿੱਲੀ ਦੇ ਸੰਬੰਧ ਵਿੱਚ ਜਿਹੜਾ ਆਰਡੀਨੈਂਸ ਲੈ ਕੇ ਆਂਦਾ ਅਸੀਂ ਇਸ ਆਰਡੀਨੈਂਸ ਨੂੰ ਵਿਚਾਰੀਏ, ਇਸ ਆਰਡੀਨੈਂਸ ਦਾ ਵਿਰੋਧ ਕਰਨਾ ਹੈ, ਇਹ ਜ਼ਰੂਰੀ ਹੈ। ਜੀ, ਜੇ ਕਹਿੰਦੇ ਆਪਾਂ ਇਹਦੇ ਵਿਚਾਰ ਨਾ ਕੀਤਾ, ਅੱਜ ਸਾਡੀ ਵਾਰੀ ਹੈ ਤੇ ਕੱਲ੍ਹ ਨੂੰ ਤੁਹਾਡੀ ਵਾਰੀ ਹੋਊ। ਜੀ, ਵਾਰੀ ਤਾਂ ਵੈਸੇ ਤੁਹਾਡੀ ਤਾਂ ਜੇ ਉਨੀ ਵਾਰੀ ਹੈ ਨਹੀਂ, ਵਾਰੀ ਤਾਂ ਪਹਿਲਾਂ ਆ ਚੁੱਕੀ, ਉਹ ਤਾਂ ਕਸ਼ਮੀਰ ਵਾਲਿਆਂ ਦੀ ਆ ਗਈ ਸੀ, ਜੀ, ਜੋ ਧਾਰਾ 370 ਤੋੜੀ ਹੈ ਤੇ ਕੇਜਰੀਵਾਲ ਜੀ ਵੀ ਤੁੜਵਾਉਣ ਦੇ ਨਾਲ ਹੀ ਸੀ। ਜੀ, ਭਗਵੰਤ ਮਾਨ ਦੀ ਵੋਟ ਸੀ ਲੋਕ ਸਭਾ ਦੇ ਵਿੱਚ, ਪਈ ਹੈ ਉਹਨਾਂ ਨੂੰ ਵੋਟ। ਜੀ, ਉਹ ਤਾਂ ਸਾਰਾ ਕੁਝ ਹੋ ਚੁੱਕਿਆ। ਜੀ, ਅਸਲ ਕਹਾਣੀ ਇਹ ਹੈ ਕਿ ਹੁਣ ਕੇਜਰੀਵਾਲ ਇਹ ਮਤਲਬ ਜਿਹੜੀ ਹੈਗੀ ਆਪਣੀ ਧਾਰਨਾ ਸਥਾਪਿਤ ਕਰਨ ਦੇ ਵਿੱਚ ਲੱਗੇ ਹੋਏ ਹੈ ਜੀ, ਕਿ BJP ਦਾ ਸਭ ਤੋਂ ਵੱਡਾ ਵਿਰੋਧੀ ਮੈਂ ਹੀ ਉੱਭਰਾਂ ਸਾਹਮਣੇ, ਜੀ, ਕਿ ਲੋਕ ਕਹਿਣ ਵੀ ਆਹੀ ਬੰਦਾ ਜਿਹੜਾ BJP ਦਾ ਵਿਰੋਧ ਕਰ ਸਕਦੇ, ਤੇ ਮੇਰਾ ਇਮੇਜ ਨਾ ਬਣ ਜੇ ਜੀ, ਕਿ ਅਗਲੇ ਪ੍ਰਧਾਨ ਮੰਤਰੀ ਵਜੋਂ ਮੇਰਾ ਨਾਂ ਹੀ ਆ ਜੇ। ਜੀ, ਹੁਣ ਗੱਲ ਇਹ ਹੈ ਕਿ ਉਹਨਾਂ ਦੀ ਪਾਰਟੀ ਨੈਸ਼ਨਲ ਪਾਰਟੀ ਜ਼ਰੂਰ ਬਣ ਗਈ। ਜੀ, ਪੰਜਾਬ 'ਚ ਉਹਨਾਂ ਦੀ ਹਕੂਮਤ ਹੈ, ਦਿੱਲੀ 'ਚ ਉਹਨਾਂ ਦੀ ਹਕੂਮਤ ਹੈ, ਗੁਜਰਾਤ ਦੇ ਵਿੱਚ ਉਹਨਾਂ ਨੂੰ ਕੁਝ ਸੀਟਾਂ ਆ ਗਈਆਂ, ਕੁਝ ਉਹਨਾਂ ਨੂੰ ਸੀਟਾਂ
ਗੋਆ 'ਚੋਂ ਆ ਗਈਆਂ ਸੀ ਤੇ ਕੌਮੀ ਪਾਰਟੀ ਬਣ ਗਈ। ਬੜੇ ਉਹਨਾਂ ਨੇ ਮਤਲਬ ਜਿਹੜੇ ਹੈਗੇ ਇਹਦੇ 'ਤੇ ਖੁਸ਼ੀਆਂ ਮਨਾਈਆਂ ਸੀ ਕਿ ਜੀ। ਜੇ ਅਸੀਂ ਕੌਮੀ ਪਾਰਟੀ ਬਣ ਗਏ। ਲੇਕਿਨ ਜਿਹੜੀਆਂ ਲੇਟੈਸਟ ਚੋਣਾਂ ਹੋਈਆਂ ਹੈ ਜੀ ਹਾਲ ਦੇ ਵਿੱਚ, ਉਹ ਹੋਈਆਂ ਕਰਨਾਟਕਾ ਦੀਆਂ। ਕਰਨਾਟਕਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਮਿਲਿਆ ਬਹੁਤ ਤਕੜਾ ਸਮਰਥਨ, ਔਰ ਕਾਂਗਰਸ ਪਾਰਟੀ ਨੂੰ ਅੰਦਾਜ਼ੇ ਤੋਂ ਵੱਧ ਸੀਟਾਂ ਮਿਲ ਗਈਆਂ। ਜੀ ਉਹ ਕਹਿੰਦੇ ਜੀ ਸਾਡੀ ਲਹਿਰ ਚੱਲ ਪਈ, ਜੀ ਉਹ ਉਸ ਪਾਸੇ ਨੂੰ ਤੁਰੇ ਹੋਏ ਹੈ। ਜੀ ਦੂਜੀ ਗੱਲ ਦੇਖੀਏ ਆਪਾਂ ਤਾਂ ਸਿਰਫ 2 ਸਟੇਟਾਂ ਦੇ ਵਿੱਚ ਹੀ ਤਕੜੀ ਹੈ ਆਮ ਆਦਮੀ ਪਾਰਟੀ। ਜੀ ਕਾਂਗਰਸ ਪਾਰਟੀ ਦੇ ਕੋਲੇ ਵੀ ਸਟੇਟਾਂ ਦਾ ਕਈ ਉਹਨਾਂ ਕੋਲੇ ਰਾਜਸਥਾਨ ਹੈਗੀ ਹੈ, ਉਹਨਾਂ ਕੋਲੇ ਤੁਹਾਡੀ ਕਰਨਾਟਕਾ ਹੈਗੀ ਨਵੀਂ ਆਈ ਹੈ, ਉਹਨਾਂ ਕੋਲੇ ਛੱਤੀਸਗੜ੍ਹ ਹੈਗਾ, ਹਿਮਾਚਲ ਉਹਨਾਂ ਕੋਲ ਹੈਗਾ। 4 ਸੂਬਿਆਂ 'ਚ ਉਹਨਾਂ ਦੀਆਂ ਸਰਕਾਰਾਂ। ਜੀ ਸਭ ਤੋਂ ਵੱਡੀ ਜੇ ਆਪੋਜੀਸ਼ਨ ਦੇ ਵਿੱਚ ਦੇਖੀਏ ਤਾਂ ਪਾਰਟੀ ਉਹਨਾਂ ਦੀ ਹੈ। ਜੀ ਕਈ ਥਾਵਾਂ ਤੇ ਉਹ ਕੋਲੀਸ਼ਨ ਦੇ ਵਿੱਚ ਵੀ ਹੈ, ਜਿਵੇਂ ਝਾਰਖੰਡ ਦੇ ਵਿੱਚ ਉਹ ਕੋਲੀਸ਼ਨ ਦੇ ਵਿੱਚ ਉਹਨਾਂ ਦੇ ਨਾਲ ਹੈਗੇ। ਜੀ ਸੋ ਇਸ ਮੇਰੇ ਖਿਆਲ ਵੀ ਉਹ ਸੌਦਾ ਮਾਰਨ ਨੂੰ ਤਿਆਰ ਨਹੀਂ। ਜੀ ਹੁਣ ਕੱਲ੍ਹ ਨੂੰ ਜਿਹੜੀ ਇਹਨਾਂ ਨੇ ਕਹੀ ਹੈ ਕਿ ਤੁਸੀਂ ਉਹਨੂੰ ਵਿਚਾਰੋ, ਉੱਥੇ ਦੇਖਣਾ ਪੈਣਾ ਕਿ ਆਪੋਜੀਸ਼ਨ ਪਾਰਟੀਆਂ ਕੀ ਕਰਦੀਆਂ। ਫਿਰ ਹੋ ਸਕਦਾ ਵੀ ਉਹ ਕਹਿ ਦੇਣ ਜੀ ਨਹੀਂ ਇਹ ਨਹੀਂ, ਇਹਦੇ ਏਕਤਾ ਉਕਤਾ ਨਹੀਂ ਹੋ ਸਕਦੀ, ਉਹ ਬਾਹਰ ਆ ਜਾਣ। ਜੀ ਮਤਲਬ ਕੁਛ ਜਿਹੜੇ ਚਿੰਤਕ ਹੈ, ਜਿਹੜੇ ਕੁਛ ਪੋਲੀਟੀਕਲ ਐਨਾਲਿਸਟ ਹੈ, ਜੀ ਉਹ ਸਮਝਦੇ ਵੀ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਵਿਚਾਰਧਾਰਕ ਜਿਹੜਾ ਆਧਾਰ ਹੈ ਉਹ ਇੱਕੋ ਹੀ ਹੈ। ਜੀ ਇਹ ਵਿਚਾਰਧਾਰਕ ਤੌਰ ਤੇ ਦੋਨੇ ਇਕੱਠੇ, ਦੋਨੇ ਹਿੰਦੂਤਵ ਦੇ ਮਦਈ ਹੈ। ਜੀ ਔਰ ਕਿਸੇ ਨਾ ਕਿਸੇ ਤਰੀਕੇ ਕੇਜਰੀਵਾਲ ਅਜਿਹੀ ਸਿਆਸਤ ਖੇਡ ਰਿਹਾ ਜੀ ਵੀ ਜੇ ਨਰਿੰਦਰ ਮੋਦੀ ਜਾਵੇ, ਬੀਜੇਪੀ ਜਾਵੇ ਤਾਂ ਮੈਂ ਆਵਾਂ, ਹਿੰਦੂਵਾਦੀ ਪਾਰਟੀ ਰਵੇ, ਸੈਕੂਲਰ ਪਾਰਟੀ ਨਾ ਕੋਈ ਅੱਗੇ ਆਵੇ। ਇਸ ਕਰਕੇ ਉਹ ਟਿੰਡ ਚਕਾਨਾ ਪਾ ਰਹੇ ਹੈ। ਜੀ ਉਹ ਮੀਟਿੰਗ ਹੋਣੀ ਹੈ, ਮੀਟਿੰਗ ਦੇ ਵਿੱਚ ਸਾਰਿਆਂ ਨੇ ਬੋਲਣਾ, ਸਾਰਿਆਂ ਨੇ ਆਪਣੀ ਗੱਲ ਕਰਨੀ, ਤੁਸੀਂ ਵੀ ਆਪਦੀ ਗੱਲ ਕਰ ਲਓ। ਸ਼ਰਤ ਕਿਉਂ ਲੱਗੇ ਕਿ ਪਹਿਲਾਂ ਆਹ ਚੀਜ਼ ਵਿਚਾਰੀ ਜਾਵੇ। ਇਹ ਜਿਹੜਾ ਹੈਗਾ ਇੱਕ ਉੱਭਰ ਕੇ ਇਹਦਾ ਸਵਾਲ ਆ ਰਿਹਾ ਹੈ ਕਿ ਕੇਜਰੀਵਾਲ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਏਕਤਾ ਕਰਦਾ ਕਿ ਤੇਰੀ ਮਾੜੀ ਮੋਟੀ ਏਕਤਾ ਬਣੀ ਵੀ ਹੈ, ਉਹਨੂੰ ਨੋਕ ਲਿਆਰ ਦੇ। ਜੀ ਢਿੱਲੋਂ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਲਈ ਤੁਹਾਡੀ ਟਿੱਕਾ ਟਿੱਪਣੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਇਹ ਸਨ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ, ਤੇ ਇਸ ਦੇ ਨਾਲ ਹੀ ਸ਼ਮਾਦਾਨ ਦਾ ਅੱਜ ਦਾ ਵਕਤ ਜਿਹੜਾ ਇੱਥੇ ਹੀ ਮੁੱਕਦਾ ਹੈ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੇ ਨਾਲ। ਦਲਬੀਰ ਸਿੰਘ ਬਰਾੜ ਚਾਹੁੰਦਾ ਆਗਿਆ, ਰੱਬ ਰਾਖਾ।